ਚੱਲ ਚਲੀਓ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ ਪਿਛਲੀ ਵਾਰ ਵੀ ਅਸੀਂ ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਵਿਦੇਸ਼ ਜਾਣ ਨੂੰ ਲੈ ਕੇ ਆ ਰਹੀਆਂ ਔਕੜਾਂ ਤੇ ਕੀ ਕਿਸ ਤਰੀਕੇ ਨਾਲ ਵਿਦੇਸ਼ ਜਾਇਆ ਜਾਵੇ ਉਸ ਦੇ ਬਾਰੇ ਬਹੁਤ ਅੱਛੇ ਜਿਹੜੇ ਵਿਚਾਰ ਆ ਬਲਪ੍ਰੀਤ ਸਿੰਘ ਉਹਨਾਂ ਨੇ ਸਾਡੇ ਨਾਲ ਕੀਤੇ। ਬਲਪ੍ਰੀਤ ਸਿੰਘ ਆਈ ਕੰਪਨੀ ਤੋਂ ਜਿਹੜੇ ਨੇ ਇਹ IATE ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਤੋਂ ਵੀਜ਼ਾ ਐਕਸਪਰਟ ਨੇ ਅਲੱਗ-ਅਲੱਗ ਕੰਟਰੀਜ਼ ਦੇ ਤੇ ਜਿਹੜੀ ਬਹੁਤ ਆ ਇਸ ਫੀਲਡ ਦੀ ਇਹਨਾਂ ਨੂੰ ਨੌਲੇਜ ਹੈ ਤੇ ਅੱਜ ਫੇਰ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਬਲਪ੍ਰੀਤ ਸਿੰਘ ਜੀ। ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਬਲਪ੍ਰੀਤ ਜੀ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਤੇ ਜਿੱਦਾਂ ਕਿ ਪਿਛਲੀ ਵਾਰ ਆਪਣੀ ਡਿਸਕਸ਼ਨ ਚੱਲੀ ਆ, ਗੱਲ ਚੱਲੀ ਆ ਤੇ ਬਹੁਤ ਸਾਰੀਆਂ ਕਾਲਸ ਸਾਨੂੰ ਬਾਅਦ ਵਿੱਚ ਵੀ ਆਉਂਦੀਆਂ ਰਹੀਆਂ, ਲੋਕਾਂ ਨੇ ਸਾਨੂੰ ਟੱਚ ਕੀਤਾ ਤੇ ਕਿਹੜੀਆਂ ਸਮੱਸਿਆਵਾਂ ਨੂੰ ਸਾਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਅਗਲੇ ਵੀਕ ਜਿਹੜਾ ਆ ਦੁਬਾਰਾ ਇਸੇ ਟਾਈਮ ਅਸੀਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਤੁਸੀਂ ਉਦੋਂ ਸਾਨੂੰ ਜਿਹੜੀ ਆ ਕਾਲ ਕਰਕੇ ਜਾਂ ਸਾਨੂੰ ਜਿਸ ਤਰੀਕੇ ਨਾਲ ਵੀ ਹੋਊਗਾ ਤੁਸੀਂ ਪੁੱਛ ਲਈਓ ਜਾਂ ਤੁਹਾਡੇ ਕੋਲ ਉੱਥੇ ਪਹੁੰਚ ਕੇ ਉਹ ਪੁੱਛ ਸਕਦੇ ਆ। ਤੇ ਪਿਛਲੀ ਵਾਰ ਸਾਡੀ ਜਿਹੜੀ ਗੱਲ ਆ ਉਹ ਜ਼ਿਆਦਾਤਰ ਕੈਨੇਡਾ ਤੇ ਰਹੀ ਸੀ ਤੇ ਜਿਹੜਾ ਸਟੂਡੈਂਟ ਵੀਜ਼ਾ ਜਾਂ ਹੋਰ ਅਲੱਗ-ਅਲੱਗ ਪਹਿਲੂਆਂ ਦੇ ਉੱਤੇ ਅਸੀਂ ਜਿਹੜੀ ਆ ਗੱਲ ਕੀਤੀ। ਇਸ ਵਾਰ ਪਿਛਲੀ ਵਾਰ ਨਾਲੋਂ ਇੱਕ ਚੇਂਜ ਜਿਹੜੀ ਆ ਉਹ ਹੋ ਰਹੀ ਆ, ਉਹ ਇਹ ਆਈ ਆ ਕਿ ਕੋਵਿਡ ਨੂੰ ਲੈ ਕੇ ਕੋਵਿਡ ਦੀ ਮਹਾਮਾਰੀ ਪੂਰੀ ਦੁਨੀਆ ਦੇ ਵਿੱਚ ਆ ਪਰ ਇਸ ਟਾਈਮ ਇੰਡੀਆ ਦੇ ਵਿੱਚ ਜਿਹੜਾ ਸੈਕੰਡ ਵੇਵ ਆ ਬਹੁਤ ਤੇਜ਼ੀ ਦੇ ਨਾਲ ਵਧੀ ਆ, ਜਿਸ ਨੂੰ ਲੈ ਕੇ ਬਹੁਤ ਸਾਰੀਆਂ ਕੰਟਰੀਜ਼ ਨੇ ਇੰਡੀਆ ਤੋਂ ਜਿਹੜੀਆਂ ਆ ਐਂਟਰੀਜ਼ ਨੂੰ ਬੈਨ ਕਰ ਦਿੱਤਾ ਜਾਂ ਇਹ ਕਹ ਲਓ ਕਈਆਂ ਦੀਆਂ ਫਲਾਈਟਸ ਰੋਕ ਦਿੱਤੀਆਂ। ਹੁਣ ਗੱਲ ਇਹ ਆ ਜਾਂਦੀ ਆ ਬਲਪ੍ਰੀਤ ਜੀ ਕਿ ਕੈਨੇਡਾ ਨੇ ਵੀ ਜਿਹੜੀਆਂ ਨੇ ਫਲਾਈਟਸ ਨੇ ਉਹ ਰੋਕੀਆਂ ਨੇ। ਬਿਲਕੁਲ। ਹੁਣ ਜਿਹੜੇ ਸਟੂਡੈਂਟਸ ਨੇ ਵੀਜ਼ਾ ਲੱਗਾ ਹੋਇਆ ਆ ਜਾਣ ਦੀ ਤਿਆਰੀ ਸੀ ਉਹ ਕਿੱਦਾਂ ਕਰ ਰਿਹਾ ਕਿ ਉਹ ਆਪਣੀ ਲੇਟ ਕਰਵਾ ਰਹੇ ਆ ਜਾਂ ਉਹ ਐਂਟਰ ਕਰ ਸਕਦੇ ਆ ਹਜੇ? ਸਰ ਬੇਸਿਕਲੀ ਮੈਂ ਤੁਹਾਡੇ ਮੀਡੀਅਮ ਰਾਹੀਂ ਕਹਿਣਾ ਚਾਹੂੰਗਾ ਸਪੈਸ਼ਲੀ ਪੈਨਿਕ ਹੋਣ ਦੀ ਲੋੜ ਨਹੀਂ, ਕਿਸੇ ਵੀ ਬੱਚੇ ਨੂੰ ਬਿਲਕੁਲ ਟੈਨਸ਼ਨ ਨਾ ਲਓ। ਅਗਰ ਤੁਹਾਡਾ ਵੀਜ਼ਾ ਲੱਗ ਚੁੱਕਾ ਹੈ, ਪਾਸਪੋਰਟ ਤੇ ਵੀਜ਼ਾ ਸਟੈਂਪ ਹੋ ਚੁੱਕਾ ਹੈ, ਪਾਸਪੋਰਟ ਤੁਹਾਡੇ ਕੋਲ ਆ, ਤੁਸੀਂ ਟਿਕਟ ਕਰਾ ਚੁੱਕੇ ਸੀ ਔਰ ਤੁਸੀਂ ਟਰੈਵਲ ਕਰਨ ਦੀ ਤਿਆਰੀ ਦੇ ਵਿੱਚ ਸੀਗੇ, ਸੋ ਟੈਨਸ਼ਨ ਬਿਲਕੁਲ ਨਾ ਲਓ। ਆਈ ਨੋ ਕਿ ਇਸ ਵੇਲੇ ਸਭ ਤੋਂ ਇੰਪੋਰਟੈਂਟ ਟਾਈਮ ਕੋਵਿਡ-19 ਪੈਂਡੇਮਿਕ ਚੱਲ ਰਿਹਾ ਔਰ ਇਸ ਵੇਲੇ ਸਾਰੇ ਪਰਿਵਾਰਾਂ ਨੂੰ ਸੇਫ ਰਹਿਣਾ ਚਾਹੀਦਾ ਹੈ, ਸੋ ਇਹੀ ਦੇਖਦੇ ਹੋਏ ਬਾਕੀ ਕੰਟਰੀਆਂ ਨੇ ਫਿਲਹਾਲ ਇੰਡੀਆ ਦੀਆਂ ਫਲਾਈਟਸ ਨੂੰ ਬੈਨ ਕਰਤਾ ਹੈ 1 ਮਹੀਨੇ ਲਈ। ਕੈਨੇਡਾ ਨੇ ਸਪੈਸ਼ਲੀ 26 ਮਈ ਤੱਕ ਬੈਨ ਕੀਤਾ 1 ਮਹੀਨੇ ਲਈ। ਸੋ ਮੈਂ ਇਹੀ ਰਿਕੁਐਸਟ ਕਰਾਂਗਾ ਪੈਨਿਕ ਨਾ ਹੋ। ਜੇ ਤੁਹਾਡਾ ਮਈ ਸੈਸ਼ਨ ਸਟਾਰਟ ਹੋਣ ਵਾਲਾ ਹੈ, ਤੁਹਾਡੇ ਮਈ ਦੇ ਫਸਟ ਵੀਕ ਚ ਕਲਾਸਿਸ ਹੈ, ਤੁਸੀਂ ਆਪਣੀ ਆਨਲਾਈਨ ਕਲਾਸਿਸ ਸ਼ੁਰੂ ਕਰੋ, ਆਪਣੀ ਰਜਿਸਟ੍ਰੇਸ਼ਨ ਕੰਪਲੀਟ ਕਰੋ, अपने ट्रैवल डॉक्यूमेंट तब तक कॉलेज तो ईमेल कराओ, ट्रैवल सपोर्ट लैटर हो सकती है, एनरोलमेंट लैटर है उन्होंने करो। अपने होटल बुकिंग्स जो सी कि फिलहाल उन्होंने होटल बुकिंग्स का रिफंड भी काफी बच्चों को कीता है और जिन्हों के होटल बुकिंग्स हजे नहीं हुई सी होटल बुकिंग्स हजे आने वाले टाइम दे विच दोबारा तो करवा सकते हो। और अपनी एयर टिकट जो इस वेले कैंसलेशन या रिफंडेबल सीगी, सो काफी बच्चों ने रिफंड भी करा लिया और जिन्होंने कैंसल करा के फर्दर अगे लैनी सी तो काफी सारे बच्चों को जून के फर्स्ट वीक दी भी फ्लाइट एलोकेट हो गई हैं। सो बिल्कुल पैनिक ना हो, ये टाइम थोड़ा मुश्किल है पर आने वाले टाइम च सब ईजी हो जाएगा। कहने का मतलब है कि ਜਿਹੜੇ ਬੱਚਿਆਂ ਦਾ ਵੀਜ਼ਾ ਲੱਗਾ ਆ ਉਹ ਪੈਨਿਕ ਨਾ ਹੋਣ ਦੀ ਜਗ੍ਹਾ ਤੇ ਪੈਨਿਕ ਹੋਣ ਦੀ ਜਗ੍ਹਾ ਦੇ ਉੱਤੇ ਆਪਣੇ ਘਰ ਦੇ ਵਿੱਚ ਬੈਠ ਕੇ ਆਨਲਾਈਨ ਕਲਾਸ ਬਿਲਕੁਲ ਸੇਫ ਰਹੇ। ਮੇਨ ਇਹ ਜ਼ਰੂਰ ਹੈਗਾ ਕਿ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਨੇ 에ਅਰਲਾਈਨਸ ਨੇ ਉਹ ਲੇਟ ਫੀਸ ਪੈਸੇ ਵਾਪਸ ਕਰਦੀਆਂ ਨੇ, ਇਦਾਂ ਦੇ ਨੁਕਸਾਨ ਹੈ ਜਾਂ ਡੇਟ ਚੇਂਜ ਮੰਗ ਲੈਂਦੀਆਂ ਜਾਂ ਤੇ ਹੁਣ ਇਹ ਕੀ ਹੈ ਕਿ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਹੁਣ ਤਤਕਾਲ ਕੀ ਐਂਟਰੀ ਹੈਗੀ ਉਹਨਾਂ ਲਈ ਜਾਂ ਨਹੀਂ ਹੈਗੀ? देखो तत्काल तो बिल्कुल ऐसा कोई एंट्री नहीं हैगी, लेकिन जो तुसी गल कीती है लेट फी फाइन या कुछ भी जो चार्ज करते एयरलाइंस वाले, मैं काफी सारे बच्चों को हमेशा ये कहता रहना कि जब भी तुसी एयर टिकट बुक कराने हो अपने स्टूडेंट वीजा ਲਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਪੁੱਛਿਆ ਕਰੋ ਆਪਣੇ ट्रैवल एजेंट ਨੂੰ ਜਾਂ ट्रैवल एजेंसी ਜਿੱਥੋਂ ਤੁਸੀਂ एयर टिकट बुक करवाई है, क्या वो टिकट एक्सटेंडेबल है या रिफंडेबल है। ये दोनों चीजें जरूर करो। आजकल की हो रहा है, देखो हर बंदा बिजनेस करता है, सो की होंदा है कि जब ग्रुप टिकट्स ट्रैवल एजेंट्स है जेडे टिकट का काम करते एक ग्रुप टिकट होल्ड करके रखते अपने कोल, जो कि थोड़ी बहुत उन्होंने सस्ती मिलती है और बाद च उस चीज दे उन्होंने बेनिफिट भी होंदा, थोड़ा मार्जिन लैके वो सेल करते हैं। लेकिन ग्रुप टिकट दे विच इक्को ही प्रॉब्लम है कि बच्चा अज ग्रुप टिकट ले लैंदा है लेकिन आने वाले टाइम च जिवें इस तरह की प्रॉब्लम आ जाती है, सो फिर वो रिफंडेबल या एक्सटेंडेबल नहीं हो पाती। कई सारे सर्कमस्टांसिस ऐसे आए हैं जिहदे विच रिफंडेबल नहीं होंदी, सो उत्थे आके स्टूडेंट को काफी प्रॉब्लम होती है। सो स्टूडेंट हमेशा जो टिकट बुक कराए वो एक्सटेंडेबल और रिफंडेबल होनी चाहिए है और बुक कराने तो पहला सारे क्लॉज एक बार क्लीयर होने चाहिए कि आने वाले टाइम अगर कुछ प्रॉब्लम आ जाए तो किस तरह उस चीज को क्लीयर करे।
ਜਿਹੜੇ ਪੀਆਰ ਆ ਉਹ ਇੱਥੇ ਇੰਡੀਆ ਆਏ ਹੋਏ ਨੇ ਜਾਂ ਇਹ ਕਹਿ ਲਓ ਕਿ ਜਿਹੜੇ ਵਰਕ ਪਰਮਿਟ ਤੇ ਆ ਉਹ ਵੀ ਦੁਬਾਰਾ ਵਾਪਸੀ ਹਜੇ ਫਿਲਹਾਲ ਉਹਨਾਂ ਦੀ ਫਲਾਈਟਸ ਬਿਲਕੁਲ ਜੀ ਬਿਲਕੁਲ ਸਭ ਨੂੰ ਉਹਨਾਂ ਨੇ ਰੋਕਤਾ ਹੈ, ਚਾਹੇ ਉਹ ਪੀਆਰ ਹੈ ਚਾਹੇ ਵਰਕ ਪਰਮਿਟ ਤੇ, ਕਿਉਂਕਿ ਕੋਈ ਵੀ ਕੰਟਰੀ ਨਹੀਂ ਚਾਹੇਗਾ। ਹੁਣ ਇਸ ਵੇਲੇ ਇੰਡੀਆ ਦਾ ਪੋਜੀਸ਼ਨ ਇਹ ਹੈ ਕਿ ਬਹੁਤ ਜ਼ਿਆਦਾ कोविड-19 ਦਾ ਸੈਕੰਡ ਵੇਵ ਜੋ ਫੋਰਥ ਵੇਵ ਜਾਂ ਥਰਡ ਵੇਵ ਜੋ ਹੈ ਕਾਫੀ ਜ਼ਿਆਦਾ ਸਟਰੋਂਗ ਹੈ, ਔਰ ਇਸ ਵੇਲੇ ਕੋਈ ਵੀ ਕੰਟਰੀ ਨਹੀਂ ਚਾਹ ਰਿਹਾ ਕਿ ਉਹਨਾਂ ਦਾ ਇੱਕ ਵੀ ਲਿੰਕ ਸਾਡੇ ਕੰਟਰੀ ਦੇ ਵਿੱਚ ਆਵੇ ਔਰ ਪ੍ਰੋਬਲਮ ਦੁਬਾਰਾ ਤੋਂ ਅਰਾਈਜ਼ ਹੋਵੇ। ਸੋ ਬੈਟਰ ਉਹ ਇਹੀ ਕਰ ਰਹੇ ਕਿ ਫਿਲਹਾਲ ਥੋੜੇ ਟਾਈਮ ਲਈ ਰੋਕ ਦਿੱਤਾ ਜਾਏ। ਸੋ ਸਫਰ ਤਾਂ ਸਾਰੇ ਹੀ ਕਰ ਰਹੇ ਹੈ, ਸੋ ਮੈਂ ਇਹੀ ਰਿਕੁਐਸਟ ਕਰਾਂਗਾ ਕਿ ਫਿਲਹਾਲ ਆਪਣੇ ਆਪ ਨੂੰ ਸੇਵ ਕਰੋ। ਅੱਗੇ ਟਾਈਮ ਮਾੜਾ ਹੈ, ਥੋੜਾ ਜਿਹਾ ਟਾਈਮ ਮਾੜਾ ਹੈ, ਪਰ ਉਹ ਠੀਕ ਹੋ ਜਾਏਗਾ ਔਰ ਸਾਰਾ ਕੁਝ ਨਾਰਮਲ ਹੋਗਾ। ਅੰਧੇਰੀ ਰਾਤ ਤੋਂ ਬਾਅਦ ਸਵੇਰਾ ਜਿਹੜਾ ਜ਼ਰੂਰ ਹੋਏਗਾ। ਬਿਲਕੁਲ ਜੀ ਹੋਏਗਾ, ਇਹੀ ਗੱਲ ਹੋ ਜਾਂਦੀ ਹੈ। ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਬਲਪ੍ਰੀਤ ਸਿੰਘ ਉਹਨਾਂ ਨੂੰ ਇਸ ਪ੍ਰੋਗਰਾਮ ਤੋਂ ਬਾਅਦ ਮਿਲਣਾ ਚਾਹੁੰਦੇ ਹੋ ਜਾਂ ਕੱਲ ਪਰਸੋਂ ਜਿੱਦਣ ਵੀ ਤੁਹਾਡਾ ਟਾਈਮ ਲੱਗੇ ਇਹਨਾਂ ਦੀ ਤੁਸੀਂ ਸਲਾਹ ਲੈਣਾ ਚਾਹੁੰਦੇ ਹੋ ਜਾਂ ਆਪਣੇ ਬੱਚੇ ਜਿਨ੍ਹਾਂ ਨੇ ਹਜੇ ਤੱਕ ਐਗਜ਼ਾਮ ਨਹੀਂ ਦਿੱਤੇ ਉਹਨਾਂ ਦੀ ਤਿਆਰੀ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਉਸ ਤੋਂ ਪਹਿਲਾਂ ਉਹਨਾਂ ਦੀਆਂ ਸੀਟਸ ਬਾਹਰ ਦੇ ਲਈ ਬੁੱਕ ਕਰਾਉਣਾ ਚਾਹੁੰਦੇ ਹੋ ਕੈਨੇਡਾ ਵਗੈਰਾ ਦੇ ਲਈ, ਤਾਂ ਤੁਸੀਂ ਇਹਨਾਂ ਨੂੰ ਹਰਗੋਬਿੰਦ ਨਗਰ ਵਿਖੇ ਏਅਰਟੈਲ ਦੇ ਆਫਿਸ ਦੇ ਉੱਪਰ ਜਿਹੜਾ ਆ ਇਹਨਾਂ ਦਾ ਆਫਿਸ ਹੈਗਾ ਫਸਟ ਫਲੋਰ ਦੇ ਉੱਤੇ, ਥੋੜੀਆਂ ਪੌੜੀਆਂ ਚੜ੍ਹ ਕੇ ਉੱਪਰ ਜਾਓ ਤੇ ਉੱਪਰ ਜਾ ਕੇ ਤੁਸੀਂ ਇਹਨਾਂ ਨੂੰ ਉੱਥੇ ਮਿਲ ਸਕਦੇ ਹੋ। ਜੇ ਤੁਸੀਂ ਗੁਰਾਇਆਂ ਵਿੱਚ ਇਹਨਾਂ ਦਾ ਆਫਿਸ ਹੈਗਾ, ਅਗਰ ਤੁਸੀਂ ਨੂਰਮਹਿਲ ਜਾਂ ਤੁਸੀਂ ਫਲੋਰ ਤੋਂ ਹੋ ਲੁਧਿਆਣਾ ਵੀ ਜਿਹੜੇ ਆ ਇਹਨਾਂ ਦੇ ਆਫਿਸ ਹੈਗੇ ਨੇ, ਲੁਧਿਆਣਾ ਵਿੱਚ ਵੀ ਇਹਨਾਂ ਦਾ ਆਫਿਸ ਹੈਗਾ ਆ ਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਅਪਾਇੰਟਮੈਂਟ ਵੀ ਲੈ ਸਕਦੇ ਹੋ ਤੇ ਤਾਂ ਵੀ ਜਿਹੜਾ ਆ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਮੈਂ ਨੰਬਰ ਇੱਕ ਵਾਰ ਤੁਹਾਨੂੰ ਇਹਨਾਂ ਦਾ ਦੱਸ ਦਿੰਦਾ 9809009700 ਇਹ ਇਹਨਾਂ ਦਾ ਪਰਸਨਲ ਨੰਬਰ ਆ। ਤੁਸੀਂ ਇੱਥੇ ਫੋਨ ਕਰਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ, ਕੋਈ ਵੀ ਸਲਾਹ ਲੈ ਸਕਦੇ ਹੋ। ਤੇ ਜੇ ਤੁਸੀਂ ਹੁਣ ਇਸ ਪ੍ਰੋਗਰਾਮ ਦੇ ਵਿੱਚ ਕੋਈ ਕਿਸੇ ਵੀ ਟੌਪਿਕ ਦੇ ਉੱਤੇ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਜਾਂ ਕਿਸੇ ਵੀ ਚੀਜ਼ ਦੇ ਉੱਤੇ ਕੋਈ ਚਰਚਾ ਕਰਨਾ ਚਾਹੁੰਦੇ ਹੋ ਜਾਂ ਜੋ ਅੱਜ ਦੇ ਤਰੀਕ 'ਚ ਰੂਲ ਚੱਲਦੇ ਪਏ ਨੇ ਉਹਨਾਂ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੋਈ ਵੀ ਸ਼ੰਕਾ ਆ, ਸ਼ੁਭਾ ਆ, ਤਾਂ ਤੁਸੀਂ ਇਹਨਾਂ ਸਾਡੇ ਇਸ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 508-709 01824 ਕੋਡ ਜ਼ਰੂਰ ਲਗਾ ਲਿਓ ਲੋਕਲ ਲਾਈਨ ਦਾ 01824 508-709 01824 509 554 ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੀ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਿੱਧੀ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਬਲਪ੍ਰੀਤ ਜੀ ਬਹੁਤ ਸਾਰੇ 에ਅਰਪੋਰਟਸ ਦੇ ਉੱਤੇ ਇਸ਼ੂ ਆਇਆ ਸੀ ਇੱਕ ਮੈਡੀਕਲ ਨੂੰ ਲੈ ਕੇ ਬੱਚਿਆਂ ਦਾ, ਤੇ ਉਹ ਕਿਹਦਾ ਇਸ਼ੂ ਜਿਹੜਾ ਸੋਲਵ ਹੋ ਰਿਹਾ ਜਾਂ ਕੀ ਇਸ਼ੂ ਆਇਆ ਸੀ? ਸਰ ਐਕਚੁਅਲੀ ਹਜੇ ਤੱਕ ਜਿੰਨਾ ਵੀ ਵੀਜ਼ਾਸ ਆਉਂਦੇ ਸੀਗੇ ਉਹਦੇ ਵਿੱਚ ਇੱਕ ਕ੍ਰਾਈਟੇਰੀਆ ਸੀ ਅਗਰ ਫਾਈਲ ਤੁਹਾਡਾ ਵੀਜ਼ਾ ਆ ਗਿਆ ਔਰ ਉਹ ਵੀਜ਼ਾ ਆਉਣ ਤੋਂ ਬਾਅਦ ਤੁਹਾਡਾ ਆਇਲਸ ਜਾਂ ਮੈਡੀਕਲ ਐਕਸਪਾਇਰ ਹੋ ਚੁੱਕਿਆ ਤਾਂ ਕੋਈ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਸੀ, ਉਹ ਬੱਚਾ ਟਰੈਵਲ ਕਰ ਲੈਂਦਾ ਸੀਗਾ। ਲੇਕਿਨ ਡਿਊ ਟੂ ਕੋਵਿਡ-19 ਬਹੁਤ ਕੁਝ ਚੀਜ਼ਾਂ ਚੇਂਜ ਹੋ ਗਈਆਂ। ਈਵਨ ਐਮਬੈਸੀ ਕੋਲ ਇੰਨਾ ਵਰਕਲੋਡ ਹੈ ਕਿ ਉਹ ਵੀ ਇਸ ਚੀਜ਼ 'ਚ ਫਸੇ ਪਏ ਹੈ। ਸੋ ਸਾਨੂੰ ਹਰ ਪਾਸੇ ਨੂੰ ਦੇਖਣਾ ਪੈਂਦਾ ਹੈ। ਤਾਂ ਇਸ ਵੇਲੇ ਲੇਟੈਸਟ ਇੱਕ ਹਾਈਲਾਈਟ ਹੋਇਆ ਸੀਗਾ ਕਿ ਜੋ ਵੀ ਐਮਬੈਸੀ ਦਾ ਪ੍ਰੋਸੀਜਰ ਹੈ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਉਹਨਾਂ ਦੇ ਕੰਪਿਊਟਰ ਸਰਵਰਸ ਇੱਕ ਸੌਫਟਵੇਅਰ ਦੇ ਤਹਿਤ ਕੰਮ ਕਰਦੇ, ਸਾਰੇ ਉਹਨਾਂ 'ਚ ਫਿਲਟਰੇਸ਼ਨਸ ਲੱਗੀਆਂ ਹੁੰਦੀਆਂ। ਸੋ ਹੁਣੇ ਲੇਟੈਸਟ ਕੀ ਹੋਏਗੀ, ਜਦ ਬੱਚੇ ਫਲਾਈਟ ਔਨ ਬੋਰਡ ਮਤਲਬ ਟਰੈਵਲ ਕਰਨ ਲੱਗੇ ਸੀਗੇ, ਸੋ 에ਅਰ ਕੈਨੇਡਾ ਵਾਲਿਆਂ ਨੇ ਜਦ ਉਹਨਾਂ ਦਾ ਵੀਜ਼ਾ ਸਟੇਟਸ ਚੈੱਕ ਕੀਤਾ ਤਾਂ ਉੱਤੇ ਆ ਰਿਹਾ ਸੀਗਾ ਯੋਰ ਡਾਕੂਮੈਂਟ ਇਜ਼ ਇਨਵੈਲਿਡ। ਸੋ ਜਦ ਇਨਵੈਲਿਡ ਆ ਰਿਹਾ ਇਟ ਮੀਨਸ ਕਿ ਤੁਹਾਡਾ ਵੀਜ਼ਾ ਵੈਲਿਡ ਨਹੀਂ ਹੈ। ਸੋ ਉਸ ਵੇਲੇ ਪੈਨਿਕ ਸਿਚੁਏਸ਼ਨ ਹੋ ਗਈ ਸੀ 에ਅਰਪੋਰਟ ਤੇ, ਸਮਝ ਨਹੀਂ ਆ ਰਿਹਾ ਸੀ ਕਿਉਂ ਨਹੀਂ ਟਰੈਵਲ ਕਰਨ ਦੇ ਰਹੇ ਬੱਚਿਆਂ ਨੂੰ। ਤਾਂ ਬਾਅਦ 'ਚ ਇਹ ਕਲੈਰੀਫਾਈ ਹੋਇਆ ਕਿ ਜਿਹੜਾ ਮੈਡੀਕਲ 1 ਸਾਲ ਲਈ ਵੈਲਿਡ ਹੁੰਦਾ ਸੀ ਕੈਨੇਡਾ ਦੇ ਵਿੱਚ, ਹੁਣ ਉਹ 6 ਮੰਥ ਲਈ ਵੈਲਿਡ ਹੈ। ਸੋ 6 ਮੰਥ ਤੋਂ ਜ਼ਿਆਦਾ ਜੋ ਮੈਡੀਕਲ ਹੈ ਉਹ ਵੈਲਿਡ ਨਹੀਂ ਹੋਏਗਾ, ਚਾਹੇ ਤੁਹਾਡਾ ਵੀਜ਼ਾ ਆ ਗਿਆ ਜਾਂ ਵੀਜ਼ਾ ਇਨ ਪ੍ਰੋਸੈਸ ਹੈ। ਅਗਰ ਵੀਜ਼ਾ ਇਨ ਪ੍ਰੋਸੈਸ ਹੈ ਤਾਂ ਵੀਜ਼ਾ ਆਫਿਸਰ ਆਪਣੇ ਆਪ ਤੁਹਾਡੇ ਤੋਂ ਵੀਜ਼ਾ ਦੇਣ ਵਾਲੇ ਦੁਬਾਰਾ ਡਿਮਾਂਡ ਕਰੇਗਾ। ਲੇਕਿਨ ਅਗਰ ਤੁਹਾਡਾ ਵੀਜ਼ਾ ਆ ਗਿਆ, ਪਾਸਪੋਰਟ ਸਟੈਂਪ ਹੋ ਚੁੱਕਾ ਹੈ, ਸੋ ਤੁਸੀਂ ਪਲੀਜ਼ ਟਰੈਵਲ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣਾ GC ਕੀ ਜਿਹੜਾ ਜਿੱਥੇ ਤੁਹਾਡਾ ਵੀਜ਼ਾ ਲਗਾਇਆ ਜਾਂਦਾ ਹੈ, GC ਕੀ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਲੌਗਇਨ ਹੁੰਦਾ ਹੈ ਵੈਬਸਾਈਟ ਦੇ ਵਿੱਚ, ਉਹਦੇ ਵਿੱਚ ਦੇਖਣਾ ਹੁੰਦਾ ਟਰੈਵਲ ਕਰਨ ਤੋਂ ਪਹਿਲਾਂ ਕਿ ਤੁਹਾਡਾ ਉੱਥੇ ਡਾਕੂਮੈਂਟ ਵੈਲਿਡ ਆ ਰਹੇ ਹੈ ਕਿ ਨਹੀਂ ਆ ਰਹੇ। ਸੋ ਇਹ ਇਸ਼ੂ ਸੀਗਾ। ਸੋ ਜਿਨ੍ਹਾਂ ਬੱਚਿਆਂ ਦੇ ਮੈਡੀਕਲ ਦਾ ਕਰਕੇ ਇਨਵੈਲਿਡ ਆਇਆ ਉਹਨਾਂ ਨੇ ਹੁਣ ਮੈਡੀਕਲ ਕਰਵਾਏ ਬੱਚੇ ਜਾਂ ਕਰਵਾ ਰਹੇ ਹੈ। ਉਸ ਤੋਂ ਬਾਅਦ ਤੁਸੀਂ ਉਸ ਮੈਡੀਕਲ ਨੂੰ ਆਪਣੇ ਟਰੈਵਲ ਏਜੰਟ ਜਾਂ ਕੰਸਲਟੈਂਟ ਦੇ ਜ਼ਰੀਏ ਆਪਣੇ ਵੈਬ ਫਾਰਮ ਦੇ ਜ਼ਰੀਏ ਕੈਨੇਡੀਅਨ ਇਮੀਗ੍ਰੇਸ਼ਨ 'ਚ ਅਪਡੇਟ ਕਰਾ ਸਕਦੇ ਹੋ ਤਾਂ ਕਿ ਤੁਹਾਡਾ ਸਟੇਟਸ ਵੈਲਿਡ ਹੋ ਜਾਏ। +2 ਦੇ ਐਗਜ਼ਾਮ ਫਿਰ ਲੇਟ ਆ, ਹਜੇ ਹੋਣੇ ਨਹੀਂ ਹੋਣੇ ਇਹ ਸਟੂਡੈਂਟਸ ਨੂੰ ਨਹੀਂ ਪਤਾ ਹੈ ਨਾ। ਬਿਲਕੁਲ ਉਸ ਨੂੰ ਲੈ ਕੇ ਕਈ ਨਿਰਾਸ਼ਾ ਆਪਾਂ ਕਹਿ ਸਕਦੇ ਹਾਂ, ਬਹੁਤ ਸਾਰੇ ਬੱਚਿਆਂ ਨੂੰ ਨਿਰਾਸ਼ਾ ਵੀ ਆ ਰਹੀ ਹੈ, ਕੰਮ ਲੇਟ ਹੋ ਰਿਹਾ, ਕਈ ਪਲੈਨਿੰਗ ਹੁੰਦੀਆਂ ਲਾਈਫ ਦੀਆਂ ਉਹ ਨਹੀਂ ਹੋ ਰਹੀਆਂ। ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਬੱਚਿਆਂ ਨੂੰ ਜਿਨ੍ਹਾਂ ਦੇ +2 ਦੇ ਵਿੱਚ ਇਸ ਟਾਈਮ ਉਹ ਪੜ੍ਹ ਰਹੇ ਨੇ ਪਰ ਹਜੇ ਐਗਜ਼ਾਮ ਹੋਏ ਨਹੀਂ, ਅੱਗੇ ਨਾ ਤਾਂ ਹਜੇ ਕਿਸੇ ਹੋਰ ਕਲਾਸ ਵਿੱਚ ਦਾਖਲਾ ਲੈ ਸਕਦੇ ਨੇ, ਨਾ ਹੀ ਉਹ ਕਿਸੇ ਕੰਟਰੀ ਦਾ ਅਪਲਾਈ ਕਰ ਸਕਦੇ ਨੇ, ਉਹਨਾਂ ਲਈ ਤੁਸੀਂ ਕੀ ਸੁਜੈਸਟ ਕਰਦੇ? ਦੇਖੋ ਮੈਂ ਅੱਜ ਇੱਕ ਵਰਡ ਯੂਜ਼ ਕਰਨਾ ਚਾਹੂੰਗਾ। ਸਾਡੇ ਇੰਡੀਅਨ ਜੋ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਹਰ ਸਟੂਡੈਂਟ ਨੂੰ ਇੱਕ ਬੜੀ ਵੱਡੀ ਪ੍ਰੋਬਲਮ ਹੁੰਦੀ ਕਿ ਸਪੂਨ ਫੀਡਿੰਗ।
ਹਰ ਬੱਚਾ ਚਾਹੁੰਦਾ ਕਿ ਮੈਨੂੰ ਕੁਝ ਕਰਨਾ ਨਾ ਪਏ ਔਰ ਮੈਨੂੰ ਸਪੂਨ ਫੀਡਿੰਗ ਮਿਲੇ। ਸਪੂਨ ਫੀਡਿੰਗ ਦਾ ਮਤਲਬ ਕਿ ਹਰ ਚੀਜ਼ ਉਹਨੂੰ ਬੈਠੇ ਬਿਠਾਏ ਮਿਲ ਜਾਏ। ਇਸ ਵੇਲੇ कोविड-19 करके एज यू नो दैट कि भी लॉकडाउन हो चुका है, आईएलटीएस सेंटर शट डाउन करते गवर्नमेंट ने, इवन इमिग्रेशन ऑफिसेज भी कल परसों तो न्यूज आ रही है भी प्राइवेट ऑफिसेज भी वर्क नहीं कर पाएंगे। कोशिश करें कि भी साडे चीफ मिनिस्टर अमरिंदर सिंह जी, कैप्टन अमरिंदर सिंह, उन्होंने भी कहा है कि जो कुछ भी घरों काम कर सकते हो करो। सो इस मुद्दे नूं देखते हुए जिहड़े तुहाडे +2 ਦੇ ਐਗਜ਼ਾਮ ਸੇ ਡੈਫੀਨਿਟਲੀ ਉਹ ਡਿਲੇ ਹੈ। ਸੋ ਜਿਹੜਾ ਇਹ ਟਾਈਮ ਪੀਰੀਅਡ ਹੈ ਇਹਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ ਬੱਚੇ ਆਪਣਾ ਆਇਲਸ ਕਵਰ ਅਪ ਕਰਨ। ਹੁਣ ਇੱਥੇ क्वेश्चन अराइज होगा कि सर हम ऑनलाइन नहीं पढ़ना चाहते। अगर आप लोग ऑनलाइन भी नहीं पढ़ोगे ਤੁਸੀਂ ਇਸ ਵੇਲੇ ਤੇ ਤੁਹਾਡੇ ਲਈ ਸਭ ਤੋਂ ਵੱਡੀ ਇੱਕ ਕੁਐਸਚਨ ਮਾਰਕ ਹੀ ਬਣਿਆ ਰਹੇਗਾ, ਕਿਉਂਕਿ ਆਫਲਾਈਨ ਕਦੋਂ ਸ਼ੁਰੂ ਹੋਏਗਾ ਕਿਸੇ ਨੂੰ ਨਹੀਂ ਪਤਾ। ਜਦ ਤੱਕ ਸਾਨੂੰ ਡੀਸੀ ਦੇ ਆਰਡਰ ਨਹੀਂ ਆਉਂਦੇ ਅਸੀਂ ਆਇਲ ਸੈਂਟਰਸ ਓਪਨ ਨਹੀਂ ਕਰ ਸਕਦੇ। ਸੋ ਆਇਲ ਸੈਂਟਰ ਅਗਰ ਤੁਹਾਨੂੰ ਆਨਲਾਈਨ ਪ੍ਰੋਵਾਈਡ ਕਰ ਰਹੇ ਹੈ ਤਾਂ ਪਲੀਜ਼ ਤੁਸੀਂ ਆਇਲ ਸੈਂਟਰ ਵਾਲਿਆਂ ਦੀ ਹੈਲਪ ਲਓ। ਜਿੱਥੇ ਵੀ ਤੁਹਾਡੀ ਐਡਮਿਸ਼ਨ ਹੋ ਰਹੀ ਹੈ ਤੁਸੀਂ ਆਨਲਾਈਨ ਸਟੱਡੀ ਕਰੋ। ਔਰ ਅਗਰ ਆਨਲਾਈਨ ਤੁਸੀਂ ਕਿਸੇ ਆਇਲ ਸੈਂਟਰ ਵਾਲਿਆਂ ਨਾਲ ਨਹੀਂ ਪੜ੍ਹਨਾ ਚਾਹੁੰਦੇ ਤਾਂ ਵੀ ਇੰਟਰਨੈਟ ਤੇ ਇੰਨਾ ਜ਼ਿਆਦਾ ਮਟੀਰੀਅਲ ਅਵੇਲੇਬਲ ਹੈ ਕਿ ਤੁਸੀਂ ਸੈਲਫ ਸਟੱਡੀ ਵੀ ਕਰ ਸਕਦੇ ਹੋ। ਆਪਣੇ ਪੇਰੈਂਟਸ ਦੇ ਹੈਲਪ ਦੇ ਨਾਲ ਆਪਣੇ ਲੈਪਟਾਪ ਆਪਣੇ ਕੰਪਿਊਟਰ ਦੇ ਵਿੱਚ ਘਰ ਬੈਠ ਕੇ ਹੀ ਸੈਲਫ ਸਟੱਡੀ ਕਰ ਸਕਦੇ ਹੋ ਤਾਂ ਕਿ ਕਾਫੀ ਸਾਰਾ ਬੇਸ ਤੁਹਾਡਾ ਪਹਿਲਾਂ ਹੀ ਤਿਆਰ ਹੋ ਜਾਏ ਆਇਲਸ ਦਾ। ਕਹਿਣ ਦਾ ਮਤਲਬ ਆ ਕਿ ਬੱਚਿਆਂ ਨੂੰ ਕੁਛ ਨਾ ਕੁਛ ਕਰਨਾ ਬਿਲਕੁਲ ਬਿਲਕੁਲ ਫ੍ਰੀ ਨਹੀਂ ਰਹਿਣਾ ਚਾਹੀਦਾ। ਜੇ ਉਹ ਬੈਠੇ ਆ, ਜੇ ਉਹ ਸਟੱਡੀ ਦੇ ਉੱਤੇ ਧਿਆਨ ਦੇ ਕੇ ਆਨਲਾਈਨ ਸਟੱਡੀ ਕਰਦੇ ਆ, ਉਸ ਨੂੰ ਸਰਚਸ ਕਰਦੇ ਆ ਜਾਂ ਹੋਰ ਇਹ ਕਹਿ ਲਓ ਕਿ ਵੀ ਜੇ ਉਹ ਆਨਲਾਈਨ ਪੜ੍ਹ ਵੀ ਲੈਂਦੇ ਆ, ਮੈਂ ਕਹਿੰਦਾ YouTube ਦੇਖ ਕੇ ਜਾਂ ਹੋਰ ਪੜ੍ਹ ਲੈਂਦੇ ਆ ਤਾਂ ਆਈਲੈਟਸ ਦਾ ਐਗਜ਼ਾਮ ਅਗਰ ਟ੍ਰਾਇਲ ਦੇ ਤੌਰ ਤੇ ਹੁੰਦੇ ਅੱਛੇ ਨੰਬਰ ਜਿਹੜੇ ਪੁਆਇੰਟਸ ਆ ਉਹ ਤਾਂ ਵੀ ਲਿਆ ਸਕਦੇ। ਬਿਲਕੁਲ ਬਿਲਕੁਲ। ਤੇ ਜੇ ਤੁਹਾਡੇ ਨਾਲ ਟੱਚ ਕਰਦੇ ਆ ਤੁਹਾਡੇ ਜਿਹੜੇ ਸਾਡਾ ਸਟਾਫ ਹਮੇਸ਼ਾ ਅਵੇਲੇਬਲ ਹੈ। ਜਦ ਤੁਸੀਂ ਆਓ ਸਾਡੇ ਆਫਿਸ ਦੇ ਵਿੱਚ ਅਗਰ ਆ ਸਕਦੇ ਹੋ, ਨਹੀਂ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ। ਸਾਡੀ ਕਾਉਂਸਲਰਸ ਜੋ ਹੈ ਤੁਹਾਨੂੰ ਆਪਣੇ ਆਪ ਹੀ ਕਾਲ ਕਰਨਗੇ, ਤੁਹਾਡੀ ਫੈਮਿਲੀ ਦੇ ਨਾਲ ਕਾਉਂਸਲਿੰਗ ਸੈਸ਼ਨ ਅਟੈਂਡ ਕਰ ਸਕਦੇ ਹੋ ਸਾਡੇ ਨਾਲ। ਅਸੀਂ ਤੁਹਾਨੂੰ ਪ੍ਰੋਪਰ ਕਾਉਂਸਲ ਕਰਾਂਗੇ, ਗਾਈਡ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਕਲਾਸਿਸ ਲਓ, ਕਿਵੇਂ ਅਸੀਂ ਹੈਲਪ ਕਰ ਸਕਦੇ ਤੁਹਾਡੀ, ਔਰ ਜੋ ਤੁਹਾਡੀਆਂ ਪ੍ਰੋਬਲਮਸ ਹੈ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਗੱਲ ਉਹੀ ਆ ਗਈ, ਪਿਛਲੀ ਵਾਰ ਵੀ ਇਹ ਕੁਐਸਚਨ ਇੱਕ ਵਾਰ ਆਇਆ ਸੀ ਕਿ ਜਿਹੜੇ ਬੱਚੇ +2 ਵਾਲੇ ਨੇ ਕੀ ਉਹ ਅੱਗੇ ਆਪਣੀ ਸਟੱਡੀ ਲਈ ਕੋਈ ਕੰਮ ਕਰ ਸਕਦੇ ਨੇ? ਮਤਲਬ ਕਿ ਜਿਹੜੇ ਹੁਸ਼ਿਆਰ ਬੱਚੇ ਨੇ, ਇਹ ਕਹਿ ਲਓ ਜਿਹੜੇ ਸ਼ੋਰ ਆ ਕਿ ਵੀ ਸਭ ਕੁਝ ਆ ਜਾਣਾ, ਅਗਲਾ ਕਹਿੰਦਾ ਕਿ ਮੈਂ ਆਪਣੀਆਂ ਜਦ ਤੱਕ ਸੀਟ ਜਿਹੜੀ ਆ ਉਹ ਆਕੂਪਾਈਡ ਕਰਾ ਦਿਆਂ, ਬੁੱਕ ਕਰਾ ਦਿਆਂ ਉਹਨੂੰ। ਸਰ ਦੇਖੋ, ਮੈਂ ਪਿਛਲੀ ਵਾਰ ਵੀ ਇਹ ਗੱਲ ਕਹੀ ਸੀ, ਅੱਜ ਵੀ ਮੈਂ ਦੁਬਾਰਾ ਕਹੂੰਗਾ। ਕਾਫੀ ਸਾਰੇ ਕੈਨੇਡਾ ਦੇ ਐਸੇ ਕਾਲਜ ਹੈ ਜੋ ਤੁਹਾਨੂੰ ਕੰਡੀਸ਼ਨਲ ਲੈਟਰ ਅਪਲਾਈ ਕਰਨ ਦੀ ਇਜਾਜ਼ਤ ਦਿੰਦੇ। ਕੰਡੀਸ਼ਨਲ ਲੈਟਰ ਦਾ ਮਤਲਬ ਹੈ ਕਿ ਤੁਹਾਡੀ +2 ਦਾ ਹਜੇ ਐਗਜ਼ਾਮਸ ਹੋਣੇ ਹੈ, ਤੁਸੀਂ ਆਇਲਸ ਦੇਣਾ ਹੈ, ਇਸ ਬਿਹਾਫ ਤੇ ਉਹ ਤੁਹਾਨੂੰ ਕੰਡੀਸ਼ਨਲ ਐਡਮਿਸ਼ਨ ਦੇ ਦਿੰਦੇ ਆ। ਔਰ ਅਗਰ ਤੁਸੀਂ ਚਾਹੋ ਤਾਂ ਕੰਡੀਸ਼ਨਲ ਆਫਰ ਲੈਟਰ ਮੰਗਾ ਕੇ ਤੁਸੀਂ ਆਪਣੀ ਸੀਟ ਰਿਜ਼ਰਵ ਕਰ ਸਕਦੇ ਹੋ। ਔਰ ਟਾਈਮਿੰਗ ਜਦ ਤੱਕ ਤੁਹਾਡਾ +2 ਦਾ ਐਗਜ਼ਾਮ ਹੋਏਗਾ ਔਰ ਆਇਲਸ ਦਾ ਹੋਏਗਾ, ਆਪਾਂ ਉਹ ਚੀਜ਼ਾਂ ਅਪਡੇਟ ਕਰਾ ਸਕਦੇ ਹਾਂ ਕਾਲਜਸ ਨੂੰ, ਔਰ ਫਿਰ ਸਾਨੂੰ ਅਨਕੰਡੀਸ਼ਨਲ ਆਫਰ ਲੈਟਰ ਮਿਲ ਜਾਏਗੀ ਔਰ ਅਸੀਂ ਫੀਸ ਜਮ੍ਹਾਂ ਕਰਾ ਸਕਦੇ ਹਾਂ। ਸੋ ਬੈਟਰ ਹੈ ਕਿ ਤੁਹਾਡਾ ਜਿਹੜਾ ਪਹਿਲਾਂ ਤੋਂ ਹੀ ਸਰਚ ਕ੍ਰਾਈਟੇਰੀਆ, ਯਾਨੀ ਕਿ ਤੁਸੀਂ ਕੈਨੇਡਾ ਪੜ੍ਹਨਾ ਚਾਹੁੰਦੇ ਹੋ ਔਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਕਿਹੜਾ ਕਾਲਜ ਕਿਹੜਾ ਕੋਰਸ ਲੈਣ, ਤੋਂ ਹੁਣ ਤੋਂ ਤੁਸੀਂ ਉਹਦੀ ਤਿਆਰੀ ਕਰ ਸਕਦੇ ਹੋ ਔਰ ਤੁਹਾਡੀ ਹੈਲਪ ਅਸੀਂ ਕਰਨ ਨੂੰ ਤਿਆਰ ਬੈਠੇ ਹਾਂ। ਗੱਲ ਆ ਜਾਂਦੀ ਆ, ਇੱਕ ਅਹਿਮ ਕੜੀ ਆ ਸਟੂਡੈਂਟ ਵੀਜ਼ਾ ਦੇ ਵਿੱਚ। ਬਹੁਤ ਸਾਰੇ ਮਾਪੇ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਇਕੱਲੇ ਨਹੀਂ ਭੇਜਣਾ ਚਾਹੁੰਦੇ ਹੁੰਦੇ ਤੇ ਉਹਨਾਂ ਦਾ ਹੁੰਦਾ ਕਿ ਮੈਰਿਜ ਕਰਾ ਕੇ ਸਪਾਊਸ ਦੇ ਨਾਲ ਭੇਜ ਦਈਏ। ਤੇ ਇੱਕ ਤਾਂ ਉੱਥੇ ਜਿਹੜਾ ਆ ਡਰ ਜ਼ਿਆਦਾ ਖਤਮ ਹੋ ਜਾਂਦਾ ਕਿ ਨਾਲ 2 ਜਣੇ ਇਕੱਠੇ ਹੈਗੇ ਆ ਤੇ ਆਪਣਾ ਕੰਮ ਵੀ ਸਾਂਭ ਲੈਣਗੇ, ਇੱਕ ਬੰਦਾ ਪੜ੍ਹੇਗਾ ਦੂਜਾ ਬੰਦਾ ਕੰਮ ਕਰ ਲਏਗਾ। ਸਪਾਊਸ ਵੀਜ਼ੇ ਦੇ ਲਈ ਕੀ ਆਪਸ਼ਨਸ ਆ ਫॉर ਕੈਨੇਡਾ? ਸਰ ਸਪਾਊਸ ਵੀਜ਼ਾ ਬਹੁਤ ਅੱਛੀ ਆਪਸ਼ਨ ਹੈ ਸਪਾਊਸ ਵੀਜ਼ਾ ਦੇ ਵਿੱਚ ਕੈਨੇਡਾ ਦੇ ਵਿੱਚ, ਲੇਕਿਨ ਇਸ ਸਪਾਊਸ ਵੀਜ਼ਾ ਨੂੰ ਐਕਸਪਲੇਨੇਸ਼ਨ ਦੇਣ ਤੋਂ ਪਹਿਲਾਂ ਮੈਂ ਸਪਾਊਸ ਵੀਜ਼ਾ ਤੁਹਾਡਾ ਆਪਾਂ ਹੋਲਡ ਤੇ ਰੱਖਦੇ ਹਾਂ। ਸਾਡੇ ਕੋਲ ਕਾਲਰ ਜੁੜੇ ਨੇ, ਆਪਾਂ ਪਹਿਲਾਂ ਕਾਲ ਲੈ ਲੈਂਦੇ ਹਾਂ। ਸਪਾਊਸ ਵੀਜ਼ਾ ਯਾਦ ਰੱਖਿਓ ਆਪਾਂ ਇੱਥੋਂ ਸ਼ੁਰੂ ਬਿਲਕੁਲ। ਹੈਲੋ ਹੈਲੋ, ਹਾਂਜੀ ਹੈਲੋ ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਿਹਾ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਗੱਲ ਕਰਨੀ ਸੀਗੀ ਮਤਲਬ ਆਪਣੇ ਕਿਸ ਬਾਰੇ? ਹਾਂਜੀ ਹਾਂਜੀ, ਪੁੱਛੋ ਜੀ। ਹਾਂਜੀ, ਮੈਂ ਪੁੱਛਣਾ ਸੀਗਾ ਜਿੱਦਾਂ ਕਿ ਮੇਰਾ ਬੇਟਾ ਆ, ਉਹਨੇ ਜਦੋਂ +2 ਕਰ ਲਈ ਆ ਤੇ ਉਹਨੇ ਉਹਦੇ ਲਈ ਮਤਲਬ ਜਿੱਦਾਂ ਹੁਣ ਗਾਂ ਕਰਨ ਦੇ ਲਈ ਸਾਨੂੰ ਪੁੱਛਣਾ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ, ਕਿ ਆਈਲੈਟਸ ਵੀ ਕਰ ਲਈ ਆ। ਕਿੰਨੇ ਬੈਂਡ ਹੈਗੇ ਜੀ ਉਹਦੇ? 6.5 ਬੈਂਡ ਹੈਗੇ ਉਹਦੇ। ਵੈਰੀ ਗੁੱਡ। ਔਰ ਕਿਸੇ ਚ 5.5 ਤਾਂ ਨਹੀਂ ਹੈਗੇ? ਆਈ ਥਿੰਕ ਨਹੀਂ, 6.5 ਹੀ ਹੈ ਸਾਰਿਆਂ ਚ। ਚਲੋ, ਬਹੁਤ ਅੱਛੀ ਪ੍ਰੋਫਾਈਲ ਹੈ। ਅਗਰ +2 ਨੇ ਹੁਣੇ ਕੀਤੀ ਹੋਈ ਔਰ ਇਹਨੇ ਆਇਲਸ ਵੀ ਕਰ ਲਈ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈ। ਉਹਦੇ ਲਈ ਤੁਸੀਂ ਆ ਕੇ ਸਾਡੇ ਆਫਿਸ 'ਚ ਜਾਂ ਹੇਠ ਲਿਖੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਤੁਸੀਂ ਸਾਡੇ ਤੋਂ ਇੱਕ ਅਪਾਇੰਟਮੈਂਟ ਲੈ ਸਕਦੇ ਹੋ ਜਾਂ ਕਾਉਂਸਲਿੰਗ ਸੈਸ਼ਨ ਲੈ ਸਕਦੇ ਹੋ। ਇਹਦੇ ਵਿੱਚ ਅਸੀਂ ਤੁਹਾਡੇ ਬੱਚੇ ਦੀ ਪ੍ਰੋਫਾਈਲ ਚੈੱਕ ਕਰਕੇ ਅਸੈਸਮੈਂਟ ਕਰਕੇ ਅਸੀਂ ਆਫਰ ਲੈਟਰ ਕਿਹੜੇ ਕਾਲਜ ਕਿਹੜਾ ਏਰੀਆ ਸਹੀ ਰਹੇਗਾ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਅਗਰ ਤੁਹਾਡੇ ਮਾਈਂਡ ਦੇ ਵਿੱਚ ਕੋਈ ਏਰੀਆ ਸਪੈਸੀਫਾਈ ਹੈ ਜਾਂ ਕੋਈ ਰਿਸ਼ਤੇਦਾਰ ਉਸ ਜਗ੍ਹਾ ਰਹਿੰਦਾ ਹੈ ਤਾਂ ਅਸੀਂ ਉਸ ਏਰੀਆ ਦਾ ਕਾਲਜ ਵੀ ਸਰਚ ਕਰ ਸਕਦੇ ਹਾਂ ਔਰ ਐਡਮਿਸ਼ਨ ਦੱਸ ਸਕਦੇ ਕਿਹੜਾ ਇਨਟੇਕ ਅਵੇਲੇਬਲ ਹੈ।
ਜਿੱਦਾਂ ਕੋਈ ਮੈਂ ਪੁੱਛਣਾ ਸਿੱਧਾ ਕੋਈ ਇਦਾਂ ਦਾ ਕੋਈ ਏਰੀਆ ਹੋਵੇ ਜਿੱਥੇ ਪੀਆਰ ਜਲਦੀ ਮਿਲਦੀ ਹੋਵੇ। ਮੈਮ ਪੀਆਰ ਜੋ ਹੈ ਇਹ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਸਭ ਤੋਂ ਵੱਡਾ ਕੁਐਸਚਨ ਮਾਰਕ ਬਣਿਆ ਹੈ ਕਿ ਏਰੀਆ ਵਾਈਜ਼ ਪੀਆਰ ਮਿਲਦੀ ਹੈ। नो डाउट ये हैगा, लेकिन इन्ना ज्यादा भी है नहीं कि भी हर जगह एरिया दे अकॉर्डिंगली पीआर मेरे बेसिकली की हुंदा पीआर दे क्राइटेरियाज डिफरेंट हुंदे है। सो मैटर नहीं करता तुसी वैनकूवर जा रहे हो टोरंटो जा रहे हो, हाँ फिर भी अगर तुसी पीआर दी गल करना चाहते हो उस माइंड दे विच उस पॉइंट नु रख के अगर तुसी अप्लाई करना चाहते हो फिर तुसी अल्बर्टा साइड, मैनीटोबा साइड और मॉन्ट्रियल हो गया, क्यूबिक और प्रिंस एडवर्ड आइलैंड, ये कुछ एरियाज है, स्कैचवान है जिथे तुसी अप्लाई कर सकते हो अगर पीआर वाला क्वेश्चन तुहाडे माइंड च। ਠੀਕ ਹੈ ਜੀ। ਤੇ ਇੱਕ ਤਾਂ ਮੈਂ ਪੁੱਛਣਾ ਸੀ ਇਹਦਾ ਵਿਜ਼ਟਰ ਵੀਜ਼ੇ ਲਈ ਅਪਲਾਈ ਕਰਨਾ ਹੋਵੇ ਕਿਸੇ ਨੇ ਤਾਂ ਹੁਣ ਇਸ ਟਾਈਮ 'ਚ मैं इस वेले ਤੁਹਾਨੂੰ सलाह नहीं दूंगा विजिटर वीजा दी बिल्कुल, क्योंकि इस वेले सारे बॉर्डर क्लोज आ, फ्लाइट्स भी कैंसिल हो चुकी हैं और विजिटर वीजा दी सब तो बड़ी प्रॉब्लम है कि कैनेडियन इमीग्रेशन ने इस वेले बायोमैट्रिक ओपन नहीं किए विजिटर वीजा ਲਈ। सो मैं हजे सलाह नहीं दूंगा, हाँ एक महीना रुक जाओ, मई का मंथ रुक जाइए, शायद कुछ चेंजेस आ जाए फिर तुम बेशक साडे कोल आके सलाह ले सकते हो। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। थैंक यू। ਓਕੇ ਜੀ, ਥੈਂਕ ਯੂ। ਹਾਂਜੀ ਆਪਾਂ ਗੱਲ ਕਰਦੇ ਸੀ ਸਪਾਊਸ स्पाउस वीजा दी ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿ ਸਪਾਊਸ ਵੀਜ਼ਾ ਦੇ ਕੀ ਆਪਸ਼ਨ? देखो जी स्पाउस वीजा बहुत अच्छी ऑप्शन है अगर ਆਪਾਂ स्पाउस वीजा ਦੀ ਗੱਲ ਕਰੀਏ ਸਪੈਸ਼ਲੀ ਕੈਨੇਡਾ ਦੇ ਵਿੱਚ। ਲੇਕਿਨ ਸਪਾਊਸ ਵੀਜ਼ਾ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਦੋ ਅਲੱਗ-ਅਲੱਗ ਗੱਲਾਂ ਹੋ ਰਹੀਆਂ। ਇੱਕ ਸਪਾਊਸ ਵੀਜ਼ਾ ਜੋ ਜੈਨੂਇਨ ਤਰੀਕੇ ਨਾਲ ਹੁੰਦਾ, ਜੈਨੂਇਨ मतलब रियल मैरिज है, रियल केस है, रियल एप्लीकेंट्स ने, प्राइमरी एप्लीकेंट चाहे लड़का है चाहे लड़की है, प्राइमरी एप्लीकेंट का मतलब है जिहदे बेस ते स्टडी वीजा अप्लाई कर रहे हैं आप। सो जेड़ा प्राइमरी एप्लीकेंट है अगर वो लड़की है इट मीनस कि वो स्टडी वीजा ਲਈ जा रही है और स्टडी वीजा ਲਈ जान तो पहला अगर वो मैरिज करवा चुकी है सो जेड़ा लड़का है उन्होंने स्पाउस डिपेंडेंट वीजा या ओपन वर्क परमिट ਲਈ वो एलिजिबल है। पर अगेन मैं कह रहा इत्थे आके एक क्वेश्चन अराइज होता है जो ज्यादातर पब्लिकली नहीं पता कि एजुकेशन इज मस्ट। ਜਿਹੜੇ ਏਜੰਟਸ ਨੇ ਕਾਫੀ ਸਾਰੇ ਮਾਰਕੀਟ ਦੇ ਵਿੱਚ ਥੋੜਾ ਜਿਹਾ ਜੋ ਮਿਸਗਾਈਡ ਕਰਦੇ ਆ ਕਿ ਕੋਈ ਫਰਕ ਨਹੀਂ ਪੈਂਦਾ ਜੀ ਚਾਹੇ 12ਵੀਂ ਪਾਸ ਹੈ ਚਾਹੇ ਉਹ 8ਵੀਂ ਪਾਸ ਹੈ 7ਵੀਂ ਪਾਸ ਹੈ, ਕੈਨੇਡਾ ਜੀ ਉਹਨੂੰ ਬੁਲਾ ਲੇਗਾ ਕਿਉਂਕਿ ਜੀ ਉਹਦੀ ਵਾਈਫ ਪੜ੍ਹਦੀ ਹੈ। ਨਹੀਂ, ਮੈਂ ਇੱਥੇ ਟੋਕਣਾ ਚਾਹੂੰਗਾ जा सकते हैं बट दोनों गल्लां च बहुत फर्क है कि एजुकेशन इज मस्ट। कोशिश करो कि जेड़ा स्पाउस है हमेशा +2 लेवल तक तो क्लैरिफाई करे एटलीस्ट, ताकि जब आप फाइल लगाइए तो उदी एजुकेशन मैटर करती होए। क्योंकि वीजा ऑफिसर चाहे तुहाडी रियल मैरिज है वीजा ऑफिसर इस बिना ते भी फाइल उड़ा दिंदा है स्पाउस दी कि एक लड़की जो मोस्ट ग्रेजुएट है मास्टर्स कीती है और लड़का 8वीं पास भी नहीं है तो उत्थे आके चाहे तुहाडे विआह रियल भी होवे तो उन्होंने फेक मैरिज ही कंसीडर करता है और वीजा रिफ्यूज हो जाता है। सो स्पाउस वीजा बहुत अच्छी चीज है बट अगर उन्होंने थोड़ा सोच समझ के और तरीके नाल लगाया जाए। तो मैं अपने तरीके जे समझाउणा चाहां ਤਾਂ ਉਹ ਇਹ ਆ ਜੀ ਕਿ ਜੇ ਸਾਡੀ ਬੇਟੀ ਪੜ੍ਹੀ ਲਿਖੀ ਆ ਉਹਦੇ ਲਈ ਆਪਾਂ ਮੁੰਡਾ ਲੱਭਣ ਲੱਗੇ ਆ ਤੇ ਜੇ ਉਹ ਪੜ੍ਹੀ ਲਿਖੀ ਆ ਉਹਨੇ ਕੈਨੇਡਾ ਪੜ੍ਹਨ ਜਾਣਾ ਇਟ ਮੀਨਸ ਕਿ ਉਹ ਇੰਟੈਲੀਜੈਂਟ ਆ ਤਾਂ ਆਪਾਂ ਆਪਣੇ ਇੱਕ ਇਹ ਦੇਖੀਏ ਕਿ ਵੀ ਆਪਾਂ ਹੀਰਾ ਹੀ ਲੱਭੀਏ ਹਨਾ। ਆਪਾਂ ਪੜ੍ਹਿਆ ਲਿਖਿਆ ਲੱਭ ਲਈਏ ਘੱਟੋ ਘੱਟ ਕੱਲ ਨੂੰ ਜਦੋਂ ਵੈਲ ਸੈਟਲ ਹੋ ਜਾਂਦੇ ਆ ਸਭ ਕੁਝ ਹੋ ਜਾਂਦੇ ਆਪਸ ਦੇ ਵਿੱਚ ਸਟੱਡੀ ਦਾ ਉਹਨਾਂ ਦੇ ਵਿੱਚ ਇੰਨਾ ਗੈਪ ਨਾ ਆਵੇ ਕਿ ਕੋਈ ਨੌਲੇਜ ਹੁੰਦੀ ਆ ਸਟੱਡੀ ਜਿਹੜੀ ਆ ਤੀਸਰੀ ਅੱਖ ਕਿਹਾ ਜਾਂਦਾ ਉਹਨੂੰ ਹਨਾ। ਤੇ ਇੱਕ ਬਹੁਤ ਵੱਡਾ ਯੋਗਦਾਨ ਜਿਹੜਾ ਆ ਉਹ ਸਟੱਡੀ ਦਾ ਹੈ। ਤੇ ਜੇ ਆਪਾਂ ਚਲੋ ਗੱਲ ਇਹਨਾਂ ਦੀ ਸਹੀ ਆ ਵੀ ਜੇ ਉਹਨੇ ਗ੍ਰੈਜੂਏਸ਼ਨ ਕੀਤੀ ਹੈ ਉਸ ਤੋਂ ਅੱਗੇ ਕੈਨੇਡਾ ਪੜ੍ਹਨ ਜਾਣਾ ਜਾਂ +2 ਤੋਂ ਬਾਅਦ ਕੈਨੇਡਾ ਪੜ੍ਹਨ ਜਾ ਰਹੇ ਆ ਬੱਚੇ ਤਾਂ ਘੱਟੋ ਘੱਟ ਜਿਹੜਾ ਉਹਦਾ ਆਪਾਂ ਲੜਕਾ ਲੱਭ ਰਹੇ ਸਪਾਊਸ ਲੱਭ ਰਹੇ ਆ ਉਹਨੂੰ ਘੱਟੋ ਘੱਟ +2 ਤਾਂ ਹੋਵੇ ਨਾ। ਅਗਰ ਗ੍ਰੈਜੂਏਟ ਹੋਵੇ ਜਾਂ ਤੋਂ ਵੱਧ ਪੜ੍ਹਿਆ ਹੋਵੇ ਤਾਂ ਬਹੁਤ ਚੰਗੀ ਗੱਲ ਆ, ਉੱਥੇ ਜਾ ਕੇ ਲਾਈਫ ਬਹੁਤ ਈਜ਼ੀ ਹੋ ਜਾਂਦੀ ਹੈ और मैं ਚੰਗੀਆਂ ਜੌਬਸ ਮਿਲ ਜਾਣਗੀਆਂ। एक चीज और ऐड करना चाहना, चलो अनफॉर्चुनेटली बाई चांस अगर लड़का नहीं पढ़ सकिया, लड़की एजुकेटेड है लड़का नहीं पढ़ सकिया और फेक मैरिज नहीं है रियल मैरिज है, मैं फेक और रियल की भी गल थोड़ी देर तक करांगे पर मैं पहला हजे रियल मैरिज की गल कर। अगर सपोज रियल मैरिज है लड़का पढ़िया लिखिया नहीं है तो साडे कोल फिर सैकेंड ऑप्शन होंदी कि वीजा ऑफिसर नू सैटिस्फाई किवें करिए। सो वीजा ऑफिसर नू सैटिस्फाई जिहड़े तुहाडे डॉक्यूमेंटेशन है अगर लड़का अनपढ़ है तो स्टिल वो इत्थे की कर रहा है, वो जॉब करता है बिजनेस करता है या वो अपनी फार्मिंग एग्रीकल्चरिस्ट है तो उस तो रिलेटेड डॉक्यूमेंटेशन उहदे कोल होने चाहिए ताकि वो अपने आप नू मतलब शो कर सके कि मैं हाँ मैं वेल सेटल्ड हाँ मेरी इनकम का साधन है और मेरी रियल मैरिज है, आई एम गोइंग टू सपोर्ट माई वाइफ। सो ये सारी गल्लां बहुत इंपॉर्टेंट है इस वेले। हाँ तो ਇਹਦਾ ਕਹਿਣ ਦਾ ਇਹਨਾਂ ਦਾ ਮਤਲਬ ਇਹ ਹੈ ਜੀ ਪੰਜਾਬੀ ਦੇ ਵਿੱਚ ਮੈਂ ਜਦ ਤੁਹਾਨੂੰ ਸਮਝਾਵਾਂ ਕਿ ਜੇ ਕਿਸੇ ਦੀ ਮੈਰਿਜ ਇਦਾਂ ਹੋਈ ਆ ਉਹਦੀ ਵਾਈਫ ਜਾਂ ਸਪਾਊਸ ਜਿਹੜੀ ਆ
ਉਹ ਬਾਹਰ ਜਾ ਚੁੱਕਾ ਆ ਤੇ ਇੱਥੇ ਆਪਾਂ ਮੋਟਰਸਾਈਕਲ ਲੈ ਕੇ ਇੱਧਰ ਉੱਧਰ ਘੁੰਮਣਾ ਨਹੀਂ ਹੈਗਾ ਕਿ ਕੋਈ ਗੱਲ ਨਹੀਂ ਯਾਰਾਂ ਨੇ ਉੱਧਰ ਜਾ ਕੇ ਕੰਮ ਹੀ ਕਰਨਾ, ਇੱਥੇ ਹੁਣ 4 ਦਿਨ ਘੁੰਮ ਲਈਏ ਤਾਂ ਉਹਨਾਂ ਦੀ ਜਿਹੜੀ ਪ੍ਰੋਫਾਈਲ ਆ ਉਹ ਡਾਊਨ ਹੋ ਰਹੀ ਆ। ਤੇ ਇਸ ਕਰਕੇ ਨਾਲੇ ਤਾਂ ਤੁਸੀਂ ਕੰਮ ਦੀ ਆਦਤ ਪਾ ਲਓਗੇ, ਨਾਲੇ 4 ਪੈਸੇ ਕਮਾ ਲਓਗੇ, ਪੁੱਠੇ ਸਿੱਧੇ ਕੇਸਾਂ ਤੋਂ ਬਚੇ ਰਹੋਗੇ। ਇਸ ਕਰਕੇ ਜਿਹੜੀ ਆ ਜੇ ਤੁਹਾਡੀ ਵਾਈਫ ਜਾਂ ਹੋਰ ਸਪਾਊਸ ਜਿਹੜਾ ਕੋਈ ਵੀ ਆ ਜੇ ਤੁਹਾਡਾ ਬਾਹਰ ਜਾ ਚੁੱਕਾ ਆ, ਤੁਸੀਂ ਜਾਣ ਲਈ ਅਪਲਾਈ ਕਰਨਾ ਤਾਂ ਕਿਸੇ ਜਗ੍ਹਾ ਤੇ ਪ੍ਰੋਪਰ ਹੋ ਕੇ ਕੰਮ ਕਰੋ, ਜਾਂ ਇਸ ਹਿਸਾਬ ਨਾਲ ਕੰਮ ਹੋਵੇ ਕਿ ਤੁਹਾਡੀ ਜਿਹੜੀ ਪ੍ਰੋਫਾਈਲ ਆ ਬੈਸਟ ਹੋ ਜਾਏ ਤੇ ਵੀਜ਼ਾ ਆਫਿਸਰ ਨੂੰ ਲੱਗੇ ਕਿ ਇੱਕ ਕੰਮ ਵਾਲਾ ਬੰਦਾ ਜਿਹੜਾ ਆ ਸਾਡੀ ਕੰਟਰੀ ਦੇ ਵਿੱਚ ਉਹ ਐਂਟਰ ਕਰ ਰਿਹਾ ਹੈ। ਤੇ ਗੱਲ ਕਰਦੇ ਆ ਜੀ ਕਿ ਕਿੰਨੀ ਦੇਰ ਬਾਅਦ ਕੀ ਰੂਲਸ ਨੇ ਕਿ ਕਿੰਨੀ ਦੇਰ ਬਾਅਦ ਇੱਕ ਸਪਾਊਸ ਜਿਹੜਾ ਆ ਉਹ ਵਾਪਸ ਜਾ ਸਕਦਾ ਕੈਨੇਡਾ। ਦੇਖੋ ਇਹ ਡਿਪੈਂਡ ਕਰਦਾ ਕਿ ਅਗਰ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਇਸ ਵੇਲੇ ਅਗਰ ਜੋ ਐਪਲੀਕੈਂਟ ਜੋ ਪ੍ਰਾਇਮਰੀ ਐਪਲੀਕੈਂਟ ਨੇ ਜਿਨ੍ਹਾਂ ਦੇ ਵੀਜ਼ਾਸ ਆ ਚੁੱਕੇ ਔਰ ਉਹਨਾਂ ਦੇ ਸਪਾਊਸ ਜਾਣਾ ਚਾਹੁੰਦੇ ਆ ਤਾਂ ਇਸ ਵੇਲੇ ਜਿਹੜਾ ਸਪਾਊਸ ਹੈ ਉਹ 3 ਮੰਥਸ ਤੋਂ ਲੈ ਕੇ 9 ਮਹੀਨੇ ਦੇ ਵਿੱਚ ਵੀ 3 ਮਹੀਨੇ ਤੋਂ ਲੈ ਕੇ 9 ਮਹੀਨੇ ਦੇ ਵਿੱਚ ਉਹਨੂੰ ਜੁਆਇਨ ਕਰ ਸਕਦਾ ਹੈ। ਲੇਕਿਨ ਅਗਰ ਕੋਵਿਡ-19 ਦੀ ਗੱਲ ਕਰੀਏ ਫਿਰ ਗੱਲ ਉੱਥੇ ਹੀ ਆ ਜਾਂਦੀ, ਇੰਨਾ ਜ਼ਿਆਦਾ ਡਿਲੇ ਚੱਲ ਰਿਹਾ ਤਾਂ ਮੈਂ ਅੱਜ ਦੀ ਡੇਟ 'ਚ ਕਹੂੰਗਾ ਵੀ ਤੁਸੀਂ ਬੜੇ ਆਰਾਮ ਨਾਲ 1.5 ਈਅਰ ਤਾਂ ਮੰਨ ਕੇ ਹੀ ਚੱਲੋ ਕਿ ਇੰਨਾ ਟਾਈਮ ਅੱਜ ਦੀ ਡੇਟ 'ਚ ਲੱਗ ਰਹੇਗਾ, ਕਿਉਂਕਿ ਹਜੇ ਤਾਂ ਪ੍ਰਾਇਮਰੀ ਐਪਲੀਕੈਂਟ ਹੀ ਨਹੀਂ ਜਾ ਪਾ ਰਿਹਾ। ਹਾਂ ਅਗਰ ਕੋਈ ਬੱਚਾ ਜਾਂ ਕਿਸੇ ਦੀ ਵਾਈਫ ਉੱਥੇ ਬੈਠੀ ਹੈ ਅਗਰ ਲੜਕਾ ਜੁਆਇਨ ਕਰਨਾ ਚਾਹੁੰਦੇ ਆ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਚਾਹੇ ਸਪਾਊਸ ਵੀਜ਼ਾ ਹੋਵੇ ਚਾਹੇ ਟੂਰਿਸਟ ਵੀਜ਼ਾ ਹੋਵੇ, ਬਾਇਓਮੈਟ੍ਰਿਕਸ ਦੀ ਪ੍ਰੋਬਲਮ ਹਜੇ ਵੀ ਆ ਰਹੀ ਹੈ ਸਟੂਡੈਂਟ ਵੀਜ਼ਾ ਨੂੰ ਛੱਡ ਕੇ। ਸੋ ਜਦ ਤੱਕ ਬਾਇਓਮੈਟ੍ਰਿਕਸ ਨਹੀਂ ਓਪਨ ਹੁੰਦੇ ਤਾਂ ਕਿਸੇ ਦਾ ਵੀ ਵੀਜ਼ਾ ਕਲੈਰੀਫਾਈ ਨਹੀਂ ਕਰੇਗਾ। ਸੋ ਇਟ ਵਿਲ ਟੇਕ। ਹਾਂਜੀ ਹੈਲੋ ਸਵਾਗਤ ਹੈ ਜੀ ਤੁਹਾਡਾ ਚੱਲ ਚਲੀਏ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਕੀ ਪੁੱਛਣਾ ਚਾਹੁੰਦੇ ਹੋ? ਮੈਂ ਤੁਹਾਡੀ ਆਵਾਜ਼ ਸੁਣ ਸਕਦਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹੈਲੋ ਹਾਂਜੀ ਗੁੱਡ ਈਵਨਿੰਗ ਸਰ। ਗੁੱਡ ਈਵਨਿੰਗ ਜੀ। ਜੀ ਹਾਂਜੀ ਸਰ ਮੈਂ ਤੁਹਾਨੂੰ ਐਡਵਾਈਸ ਲੈਣੀ ਸੀ ਇੱਕ। ਦੱਸੋ ਜੀ। ਬੋਲੋ ਜੀ ਬੋਲੋ। ਹੈਲੋ ਹਾਂਜੀ ਸੁਣ ਰਿਹਾ ਤੁਹਾਨੂੰ। ਮੇਰੀ ਆਵਾਜ਼ ਸੁਣ ਰਹੀ ਹੈ ਜੀ? ਹਾਂਜੀ ਬੋਲੋ ਜੀ ਪਲੀਜ਼ ਬੋਲੋ। ਬਿਲਕੁਲ ਕਲੀਅਰ ਸੁਣ ਰਹੀ ਹੈ ਤੁਸੀਂ। ਹਾਂਜੀ ਸਰ ਮੈਂ ਕਿਹਾ ਹੁਣ ਮੈਂ +2 ਚ ਹੋਇਆ ਆ ਤੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਆਈਲੈਟਸ ਬਾਰੇ ਮੈਂ ਆਪਣੀ ਥੋੜੀ ਤਿਆਰੀ ਸ਼ੁਰੂ ਕਰਨੀ ਸੀਗੀ। ਤੁਸੀਂ ਹਾਂਜੀ ਤੇ ਮੈਂ ਕਿੱਥੋਂ ਸ਼ੁਰੂ ਕਰ ਸਕਦਾ ਮਤਲਬ? ਤੁਸੀਂ +2 ਚ ਹੁਣ ਹੋਏ ਆ ਜਾਂ +2 ਦੇ ਵਿੱਚ ਪਹਿਲਾਂ ਤੋਂ ਹੋ? ਹਾਂਜੀ ਹੁਣ ਹੋਇਆ ਮੈਂ +2 ਦੇ ਵਿੱਚ। ਸੋ ਤਾਂ ਇਹਦਾ ਮਤਲਬ ਕਿ ਤੁਸੀਂ ਅਜੇ +2 ਦੇ ਐਗਜ਼ਾਮ ਦੇਣੇ ਆ ਅਗਲੇ ਸਾਲ। +1 ਕਲੀਅਰ ਕੀਤੀ ਹੈ। +1 ਕਲੀਅਰ ਕੀਤੀ ਹੈ, ਅਜੇ ਅਗਲੇ ਸਾਲ ਇਹਨੇ ਦੇਣੇ ਆ ਤਾਂ ਤੁਹਾਡੇ ਕੋਲ ਬਹੁਤ ਅੱਛਾ ਟਾਈਮ ਹੈ। ਕਲੀਅਰ ਕੀਤੀ ਹੈ ਆਲਮੋਸਟ ਤੁਹਾਡੇ ਕੋਲ 1 ਸਾਲ ਦਾ ਪੂਰਾ ਟਾਈਮ ਪਿਆ ਹੈ। ਤੁਸੀਂ ਅਗਰ ਤਾਂ ਪੰਜਾਬ ਬੋਰਡ ਤੋਂ ਸਟੱਡੀ ਕਰ ਰਹੇ ਹੋ ਤਾਂ ਫਿਰ ਤਾਂ ਤੁਹਾਡੇ ਕੋਲ CBSE ਬੋਰਡ ਹੈ, ਫਿਰ ਤਾਂ ਤੁਹਾਡੇ ਕੋਲ ਅੱਛਾ ਬੈਕਅਪ ਹੈ ਕਿਉਂਕਿ CBSE ਬੋਰਡ ਦੇ ਵਿੱਚ ਜਿਹੜੀ ਇੰਗਲਿਸ਼ ਦਾ ਪੈਟਰਨ ਹੈ ਉਹ ਇੰਟਰੈਕਟਿਵ ਇੰਗਲਿਸ਼ ਹੈ। ਸੋ ਇੰਟਰੈਕਟਿਵ ਇੰਗਲਿਸ਼ ਵਾਲੇ ਬੱਚੇ ਜਿਹੜੇ ਉਹ ਆਇਲਸ ਨੂੰ ਜਲਦੀ ਕਵਰ ਅਪ ਕਰ ਲੈਂਦੇ ਆ ਔਰ ਤੁਹਾਡੇ ਕੋਲ ਇਸ ਵੇਲੇ ਫ੍ਰੀ ਟਾਈਮ ਹੈ ਤਾਂ ਤੁਸੀਂ ਆਪਣਾ ਆਪਣੇ ਘਰੋਂ ਹੀ ਆਪਣੇ PC ਔਰ ਆਪਣੇ ਲੈਪਟਾਪ ਤੋਂ ਹੀ ਆਇਲਸ ਦੀ ਫ੍ਰੀ ਮਟੀਰੀਅਲਸ ਦੇ ਨਾਲ ਪ੍ਰੈਕਟਿਸ ਕਰ ਸਕਦੇ ਹੋ, ਥੋੜਾ ਬੇਸ ਤਿਆਰ ਕਰ ਸਕਦੇ ਹੋ। ਔਰ ਅਗਰ ਅੱਗੇ ਜਾ ਕੇ ਤੁਹਾਡੇ ਸਕੂਲਸ ਨਹੀਂ ਵੀ ਲੱਗਦੇ ਤਾਂ ਵੀ ਤੁਸੀਂ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਈਵਨ ਸਾਡੇ ਇੰਸਟੀਚਿਊਟ 'ਚ ਆ ਕੇ ਵੀ ਆਨਲਾਈਨ ਕਲਾਸਿਸ ਜੁਆਇਨ ਕਰ ਸਕਦੇ ਹੋ। ਹਾਂਜੀ ਠੀਕ ਹੈ ਸਰ। ਔਰ 2 ਸਾਲ ਲਈ ਆਇਲਸ ਦਾ ਸਰਟੀਫਿਕੇਟ ਵੈਲਿਡ ਹੁੰਦਾ, ਤੁਸੀਂ ਆਇਲਸ ਕਰਕੇ ਵੀ ਰੱਖ ਸਕਦੇ ਹੋ, ਕੋਈ ਪਹਿਲਾਂ ਤੋਂ ਜਾਨੀ ਤਿਆਰੀ ਕਰਕੇ ਰੱਖ ਲਓ। ਬਿਲਕੁਲ ਜੀ ਬਿਲਕੁਲ ਜੀ। ਹਾਂਜੀ ਠੀਕ ਹੈ ਸਰ। ਠੀਕ ਹੈ ਜੀ ਧੰਨਵਾਦ ਜੀ। ਚਲੋ ਫ੍ਰੀ ਟਾਈਮ ਹੁੰਦਾ ਹੈ ਤੇ ਆਨਲਾਈਨ ਕਲਾਸਿਸ ਤੁਹਾਨੂੰ ਪਤਾ ਹੈ ਬਈ ਹਲੇ ਘੱਟ ਲੱਗ ਰਹੀਆਂ ਤੇ ਮੈਂ ਕਿਹਾ ਫ੍ਰੀ ਟਾਈਮ ਹੈ ਆਇਲਸ ਦਾ ਕੁਝ ਤਿਆਰੀ ਹੋ ਸਕਦੀ ਹੈ। ਮੋਸਟ ਵੈਲਕਮ। ਹਾਂਜੀ ਚਲੋ ਠੀਕ ਹੈ। ਥੈਂਕ ਯੂ ਸਰ। ਥੈਂਕ ਯੂ ਜੀ। ਓਕੇ। ਗੱਲ ਕਰਦੇ ਸੀ ਸਪਾਊਸ ਵੀਜ਼ਾ ਦੀ। ਹਾਂਜੀ ਹੁਣ ਕੁਝ ਕੇਸ ਇਹੋ ਜਿਹੇ ਨੇ ਕਿ ਜਿਨ੍ਹਾਂ ਨੇ ਪਾਰਟਨਰ ਉੱਥੇ ਨੇ ਤੇ ਇੱਥੋਂ ਕਈ ਕੁਝ ਨੇ ਇੱਕ ਨੇ ਅਪਲਾਈ ਕੀਤਾ ਹੋਇਆ ਆ ਜਾਣ ਲਈ ਤੇ ਲੇਕਿਨ ਇਨਵਿਟਮੈਂਟ ਜਿਹੜਾ ਆ ਕੋਵਿਡ ਦਾ ਜਿਹੜਾ ਸੈਕੰਡ ਵੇਵ ਸ਼ੁਰੂ ਹੋ ਗਈ ਆ ਤੇ ਉਹਦੇ ਨਾਲ ਕਈ ਕੁਝ ਬੰਦ ਹੋ ਗਿਆ, ਕਦੀ ਉੱਥੇ ਸ਼ੁਰੂ ਹੋ ਗਈ ਕਦੀ ਇੱਥੇ ਸ਼ੁਰੂ ਹੋ ਗਈ। ਬਿਲਕੁਲ। ਤੇ ਉਹਨਾਂ ਦਾ ਕੀ ਫਿਊਚਰ ਆ? ਕੀ ਉਹਨਾਂ ਦੇ ਜਿਹੜੇ ਆ ਕੇਸ ਨੇ ਉਹ ਜਲਦੀ ਆ ਜਾਣਗੇ ਜਾਂ ਹਜੇ ਵੇਟ ਕਰਨੀ ਪਏਗੀ? ਇਹ ਬਹੁਤ ਅੱਛਾ ਕੁਐਸਚਨ ਹੈ। ਮੈਂ ਇਹਦੇ ਵਿੱਚ ਸਪੈਸ਼ਲੀ ਇੱਕ ਗੱਲ ਕਹਿਣਾ ਚਾਹੂੰਗਾ। ਫਿਰ ਸਟਾਰਟ ਵਰਡ ਉਹੀ ਹੁੰਦਾ ਹੈ, ਪੈਨਿਕ ਨਹੀਂ ਹੋਣਾ, ਵੇਟ ਕਰੋ, ਆਪਣੀ ਵਾਰੀ ਆਉਣ ਦੀ ਵੇਟ ਕਰੋ। ਵੀਜ਼ਾਸ ਡੈਫੀਨਿਟਲੀ ਆਣਗੇ ਬਟ ਡਿਲੇ ਚੱਲ ਰਿਹਾ। ਬਟ ਹਾਂ ਜਿਹੜਾ ਸਭ ਤੋਂ ਇੰਪੋਰਟੈਂਟ ਇਸ ਵੇਲੇ ਮੈਂ ਕਹਿਣਾ ਚਾਹੂੰਗਾ ਤੁਹਾਡੇ ਮੀਡੀਅਮ ਰਾਹੀਂ, ਜੋ 99% ਕੰਸਲਟੈਂਟ ਇਸ ਚੀਜ਼ ਨੂੰ ਭੁਲਾ ਦਿੰਦੇ ਔਰ ਗਾਈਡ ਨਹੀਂ ਕਰਦੇ। ਅਗਰ ਤੁਹਾਡੀ ਰੀਅਲ ਮੈਰਿਜ ਹੈ ਜਾਂ ਫੇਕ ਮੈਰਿਜ ਹੈ ਮੈਟਰ ਨਹੀਂ ਕਰਦਾ। ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ, ਸਾਨੂੰ ਤਾਂ ਮੈਰਿਜ ਚਾਹੀਦੀ ਹੈ। ਅਸੀਂ ਮੈਰਿਜ ਦੇ ਪ੍ਰੂਫ ਦੇਖਣੇ ਹੁੰਦੇ ਐਜ਼ ਬੀਇੰਗ ਅ ਕੰਸਲਟੈਂਟ। ਸੋ ਵੀਜ਼ਾ ਆਫੀਸਰ ਅਗਰ ਤੁਹਾਡੀ ਫਾਈਲ ਐਮਬੈਸੀ 'ਚ ਪਈ ਹੈ, ਚਾਹੇ ਉਹ 6 ਮਹੀਨੇ ਤੋਂ ਹੈ, ਚਾਹੇ 4 ਮਹੀਨੇ ਤੋਂ ਹੈ, ਚਾਹੇ 5 ਮਹੀਨੇ ਤੋਂ ਹੈ, ਤੁਹਾਡਾ ਰਿਲੇਸ਼ਨ ਤੁਹਾਡੀ ਵਾਈਫ ਦੇ ਨਾਲ ਇੰਡੀਆ 'ਚ ਬੈਠੇ ਕਿਸ ਤਰ੍ਹਾਂ ਹੈ
ਇਹ ਚੀਜ਼ਾਂ ਬਹੁਤ ਧਿਆਨ ਰੱਖੋ, ਕਿਉਂਕਿ ਵੀਜ਼ਾ ਆਫਿਸਰ ਜਦ ਤੁਹਾਡੀ ਫਾਈਲ ਪਿਕ ਕਰੇਗਾ ਉਹਨੇ ਪ੍ਰੋਪਰ ਸਟੇਟਸ ਚੈੱਕ ਕਰਨਾ ਕਿ ਇੰਨੇ ਟਾਈਮ ਤੋਂ ਜਦ ਦੀ ਫਾਈਲ ਤੁਹਾਡੀ ਲੱਗੀ ਹੈ ਤੁਹਾਡਾ ਕੀ ਰਿਲੇਸ਼ਨ ਰਿਹਾ। ਰਿਲੇਸ਼ਨ ਦਾ ਵਿੱਚ ਬਹੁਤ ਸਾਰੀ ਚੀਜ਼ਾਂ ਆ ਜਾਂਦੀਆਂ। ਕਦੋਂ ਕਦੋਂ ਤੁਸੀਂ ਕਾਲਸ ਕਰਦੇ ਰਹਿੰਦੇ ਹੋ ਆਪਣੀ ਵਾਈਫ ਨੂੰ, ਕਿਹੜੇ ਗਿਫਟ ਐਕਸਚੇਂਜ ਕੀਤੇ ਹੈ, ਕਿਹੜਾ ਪੈਸਾ ਇਧਰੋਂ ਉਧਰ ਭੇਜਿਆ ਜਾਂ ਉਧਰੋਂ ਇੱਧਰ ਭੇਜਿਆ, ਆਪਣੀ ਵਾਈਫ ਨੂੰ ਹੈਲਪ ਕੀਤਾ ਜਾਂ ਵਾਈਫ ਨੇ ਤੁਹਾਨੂੰ ਕੋਈ ਗਿਫਟ ਭੇਜਿਆ। ਸਪੈਸ਼ਲੀ ਕਾਲਸ ਡਿਟੇਲ ਤਾਂ ਬਹੁਤ ਮਸਟ ਹੈ। ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਅਪਡੇਸ਼ਨਸ ਜੋ ਐਕਚੁਅਲ ਸ਼ੋ ਕਰਦਾ ਕਿ ਤੁਹਾਡਾ ਰਿਲੇਸ਼ਨ ਹੈ ਅੱਜ ਦੀ ਡੇਟ ਦੇ ਵਿੱਚ। ਔਰ ਅਗਰ ਤੁਸੀਂ ਇਹ ਸਭ ਚੀਜ਼ਾਂ ਨਹੀਂ ਕਰੋਗੇ ਤਾਂ ਅਗੇਨ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੋਏਗਾ ਐਂਡ ਇਟ ਕੁਡ ਬੀ ਫੇਕ ਮੈਰਿਜ। ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਮੈਂ ਜੀ ਇਹ ਪੁੱਛਣਾ ਸੀ ਸਰ, ਮੈਂ 4-5 ਵਾਰੀ ਇੰਗਲੈਂਡ ਜਾਇਆ ਆ ਹਾਂਜੀ ਤੇ ਉਹ ਮੈਨੂੰ ਇੰਨਾ ਹੀ ਸੀ ਥੋੜਾ ਜਿਹਾ ਭੁਲੇਖਾ ਕਿ ਜਿੱਦਾਂ ਕਿ ਆ ਕੋਵਿਡ ਕਰਕੇ ਲੋਕਡਾਊਨ ਹੋਇਆ ਆ, ਤਾਂ ਹੁਣ ਜੇ ਅਸੀਂ ਆਪਾਂ ਹੋਰ ਕਿਸੇ ਕੰਟਰੀ ਦਾ ਕੈਨੇਡਾ ਵਗੈਰਾ ਨੂੰ ਵਿਜ਼ਟਰ ਅਪਲਾਈ ਕਰਨਾ ਹੋਵੇ ਤਾਂ ਲੱਗ ਸਕਦਾ ਜੀ ਚਾਂਸ ਹੈਗੇ? ਸਰ ਦੇਖੋ, ਇੰਗਲੈਂਡ ਦਾ ਸਭ ਤੋਂ ਪਹਿਲਾਂ ਗੱਲ ਕਰਦਾ ਤਾਂ ਇੰਗਲੈਂਡ ਦੇ ਵਿੱਚ ਇਸ ਵੇਲੇ ਲੇਟੈਸਟ ਵਿਜ਼ਟਰ ਵੀਜ਼ਾ ਸਟਾਪ ਕੀਤੇ ਹੋਏ ਹੈ, ट्रैवल नहीं करन दे रहे, सिर्फ स्टूडेंट्स ਨੂੰ ट्रैवल ਕਰਨ ਦੀ ਇਜਾਜ਼ਤ ਹੈ। ਵਿਜ਼ਟਰ ਵੀਜ਼ਾ ਜਿਨ੍ਹਾਂ ਕੋਲ ਵਿਜ਼ਟਰ ਵੀਜ਼ਾ ਹੈ ਉਹ ट्रैवल नहीं कर सकते। ਮੇਰਾ ਤਾਂ ਮੇਰੇ ਕਹਿਣ ਤੋਂ ਮਤਲਬ ਸੀ ਕਿ ਇੰਗਲੈਂਡ ਮੈਂ ਪਾਸਪੋਰਟ ਦੇ ਕਿਤਾਬ ਆਪਾਂ ਕਹਿੰਦੇ ਤਾਂ ਨਾ ਕਿ ਲੱਗੇ ਵੀਜ਼ੇ ਦਾ ਵਾਧਾ, ਕਿ ਉਹਦੇ ਕਾਰਨ ਮੈਨੂੰ ਕੈਨੇਡਾ ਦੇ ਚਾਂਸ ਹੈਗੇ ਅਪਲਾਈ ਕਰ ਸਕਦੇ ਆਪਾਂ? ਕੈਨੇਡਾ ਦਾ ਚਾਂਸ ਹੈਗੀ ਹੈ, ਤੁਹਾਨੂੰ ਕੈਨੇਡਾ ਦਾ ਵੀਜ਼ਾ ਮਿਲ ਸਕਦਾ, ਲੇਕਿਨ ਰਾਈਟ ਨਾਓ ਇਸ ਵੇਲੇ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ। ਵਿਜ਼ਟਰ ਵੀਜ਼ਾ ਦੀਆਂ ਸਾਰੀਆਂ ਫਾਈਲਸ ਹੋਲਡ ਪਈਆਂ ਐਮਬੈਸੀ ਚ। ਅੱਛਾ, ਇੱਕ ਹੋਰ ਸੀ ਜੀ, ਹਾਂਜੀ, ਮੇਰਾ ਇੱਕ ਫਰੈਂਡ ਆ, ਉਹਨੇ ਰਿਸ਼ਤੇਦਾਰੀ ਉਹਨਾਂ ਦੇ ਅਮਰੀਕਾ ਵਿਆਹ ਆ, ਜਿੱਦਾਂ ਮੈਰਿਜ ਆ, ਤਾਂ ਉਹਨੂੰ ਪੇਪਰ ਭੇ ਮੰਗਾ ਰਿਹਾ ਉਹ, ਤਾਂ ਅਮਰੀਕਾ ਵੀ ਸੇਮ ਪ੍ਰੋਸੀਜਰ ਹੀ ਹੈ ਕਿ ਜੇ ਮੰਗਾ ਲਵੇ ਤਾਂ ਕੋਵਿਡ ਦੇ ਚੱਕਰ ਵਿੱਚ ਕਦੇ ਰਿਫਿਊਜ਼ ਨਹੀਂ ਕਰ ਦੂਗੇ? ਸਰ ਦੇਖੋ, ਰਿਫਿਊਜ਼ਲ ਦੇ 100 ਦੇ ਵਿੱਚੋਂ 90% ਚਾਂਸ ਹੈ ਇਸ ਵੇਲੇ, ਕਿਉਂਕਿ ਇਹ ਟਾਈਮ ਹੀ ਨਹੀਂ ਹੈਗਾ, ਮਾਹੌਲ ਹੀ ਨਹੀਂ ਹੈ ਜਿਸ ਵੇਲੇ ਤੁਸੀਂ ਕਿਸੇ ਵੀ ਛੋਟੇ ਤੋਂ ਛੋਟੇ ਰੀਜ਼ਨ ਲਈ ਵੀ ਜਾਂ ਵੱਡੇ ਤੋਂ ਵੱਡੇ ਰੀਜ਼ਨ ਲਈ ਵੀ ਟਰੈਵਲ ਕਰ ਸਕੋ। ਸਿਰਫ ਐਮਰਜੈਂਸੀ ਵੀਜ਼ਾ ਜਿਹਦੇ ਵਿੱਚ ਡੈਥ, ਫੈਮਿਲੀ ਪਰਸਨ, ਕੋਈ ਵੀ ਐਸੀ ਰਿਕੁਆਇਰਮੈਂਟ ਹੈ ਉਹ ਵੀਜ਼ਾ ਸਟੈਪ ਮਤਲਬ ਮਿਲ ਸਕਦਾ ਹੈ। ਉਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਤੁਸੀਂ ਅਪਲਾਈ ਕਰੋਗੇ ਰਿਫਿਊਜ਼ਲ ਦੇ ਚਾਂਸ ਜ਼ਿਆਦਾ ਹੈ। ਜਿੱਦਾਂ ਚਲੋ ਮੇਰੇ ਕਹਿਣ ਤੋਂ ਮਤਲਬ ਜਿੱਦਾਂ ਚਲੋ ਡੈਥ ਵਾਲੀ ਦਾ ਗੱਲ ਹੈ, ਇੱਕ ਸੈਪਰੇਟ ਇਸ਼ੂ ਹੋ ਗਈ। ਮੰਨ ਲਓ ਜਦੋਂ ਮੈਰਿਜ ਆ ਕਿਸੇ ਆਪਣੇ ਖਾਸ ਘਰ ਦੇ ਰਿਸ਼ਤੇਦਾਰ ਦੀ, ਮਾਮੇ ਮਾਸੀ ਦੇ ਪੁੱਤ ਦੀ ਆ, ਜਾਂ ਕਜ਼ਨ ਬ੍ਰਦਰ ਕਿਸੇ ਦੀ ਲਾ ਲਓ, ਤੇ ਏਦਾਂ ਸਪੈਸ਼ਲੀ ਕਿਸੇ ਤਰੀਕੇ ਲੱਗ ਸਕਦਾ ਕਾਰਡ ਵਗੈਰਾ ਨਾਲ ਲਾ ਕੇ ਜੇ ਆਪਾਂ ਜਾਈਏ ਟਰਾਈ ਕਰੀਏ? ਨਹੀਂ ਸਰ, ਮੈਂ ਤੁਹਾਨੂੰ ਸੁਜੈਸ਼ਨ ਨਹੀਂ ਦਊਂਗਾ, ਔਰ ਜਿੱਥੇ ਤੱਕ ਮੇਰੀ ਨੌਲੇਜ ਕਹਿੰਦੀ ਹੈ ਨਹੀਂ ਲੱਗੇਗਾ ਵੀਜ਼ਾ ਤੁਹਾਡਾ ਇਸ ਵੇਲੇ। ਠੀਕ ਹੈ ਸਰ ਜੀ, ਓਕੇ ਸਰ ਜੀ, ਮਿਹਰਬਾਨੀ ਜੀ। ਮੁੱਕ ਦੀ ਗੱਲ ਜੀ ਕਿ ਇਸ ਟਾਈਮ ਜੇ ਤੁਸੀਂ ਬੰਗਲਾਦੇਸ਼ ਦਾ ਅਪਲਾਈ ਕਰੋਗੇ ਮੈਨੂੰ ਲੱਗਦਾ ਸ਼ਾਇਦ ਉਹ ਵੀ ਨਹੀਂ ਲੱਗਣਾ। ਨਹੀਂ ਜੀ, ਬਿਲਕੁਲ ਨਹੀਂ। ਠੀਕ ਹੈ ਜੀ, ਜਾਂ ਭੂਟਾਨ ਦਾ ਅਪਲਾਈ ਕਰੋਗੇ ਉਹ Thank you ਜੀ, thank you। ਇਸ ਕਰਕੇ ਹਜੇ ਜੇ ਪੈਸੇ ਹੈਗੇ ਆ ਚਾਰ ਜੇਬ ਚ ਪਾ ਕੇ ਬੈਠੋ, ਜਦੋਂ ਵੀਜ਼ੇ ਖੁੱਲ ਜਾਣਗੇ, 10 ਵੀਜ਼ੇ ਖੁੱਲ ਜਾਣਗੇ। ਅਸੀਂ ਆਪ ਜਾਣਾ ਚਾਹੁੰਦੇ ਆ, ਸਾਨੂੰ ਸਾਲ ਤੋਂ ਉੱਪਰ ਹੋ ਗਿਆ ਜੀ। ਬਿਲਕੁਲ ਬਿਲਕੁਲ, ਇਸ ਵੇਲੇ ਦੇਖੋ ਅਸੀਂ ਜਿਹੜੇ ਆ ਉਦੋਂ ਫੇ ਜਿਹੜੇ ਆ ਸਾਰੇ ਇਸ ਵੇਲੇ ਸੁਜੈਸ਼ਨ ਹੀ ਨਹੀਂ ਦੇ ਰਹੇ, ਅਸੀਂ ਖੁਦ ਨਹੀਂ ਦੇ ਰਹੇ ਸੁਜੈਸ਼ਨਸ। ਹੋ ਸਕਦਾ ਕੁਝ ਏਜੰਟਸ ਕਹਿੰਦੇ ਵੀ ਹੁਣ ਆਜੋ ਜੀ ਵਿਜ਼ਟਰ ਵੀਜ਼ਾ ਅਪਲਾਈ ਕਰ ਦਿੰਦੇ। ਅਲਟੀਮੇਟਲੀ ਐਮਬੈਸੀਜ਼ ਵੀ ਤਾਂ ਹੀ ਹੱਥ ਖੜਾ ਕਰ ਦਿੰਦੀ ਹੈ ਕਿਉਂਕਿ ਬੇਵਜ੍ਹਾ ਫਾਈਲਸ ਹੋਲਡ ਹੁੰਦੀ ਜਾ ਰਹੀਆਂ ਐਮਬੈਸੀ ਦੇ ਵਿੱਚ, ਔਰ ਉਨਾ ਹੀ ਰਸ਼ ਵੱਧਦਾ ਜਾ ਰਿਹਾ। ਜਦ ਸਾਨੂੰ ਪਤਾ ਕਿ ਵਿਜ਼ਟਰ ਵੀਜ਼ਾ ਦਾ ਕੋਈ ਰਿਜ਼ਲਟ ਨਹੀਂ ਆਣਾ, ਦੈਨ ਅਸੀਂ ਕਿਉਂ ਅਪਲਾਈ ਕਰ ਰਹੇ ਹਾਂ? ਜਸਟ 10-15 ਹਜ਼ਾਰ ਪਿੱਛੇ ਕੰਸਲਟੈਂਟਸ ਫਾਈਲ ਉਠਾ ਕੇ ਸੁੱਟ ਰਹੇ ਐਮਬੈਸੀ ਦੇ ਵਿੱਚ। ਸੋ ਰਸ਼ ਵੱਧਦਾ ਜਾ ਰਿਹਾ, ਉਸ ਕਰਕੇ ਜਿਹੜੇ ਬਾਕੀ ਕੰਮ ਹੈ ਉਹ ਵੀ ਡਿਲੇ ਚੱਲ ਰਹੇ। ਚਲੋ ਆਪਾਂ ਅਗਲੇ ਸਟੈਪ ਦੇ ਉੱਤੇ ਆਈਏ। ਸਾਡੇ ਕੋਲ ਮੈਨੂੰ ਕਾਲਰ ਹੋ ਜੁੜੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਨਜਿੰਦਰ ਸਿੰਘ ਜਰਿਆਲੇ ਤੋਂ ਬੋਲਦਾ ਜੀ। ਹਾਂਜੀ ਮਨਿੰਦਰ ਜੀ, ਕੀ ਹਾਲ ਜੀ? ਬਸ ਠੀਕ ਹੈ ਸਰ ਜੀ। ਇਦਾਂ ਮੈਂ ਪੁੱਛਣਾ ਚਾਹੁੰਦਾ, ਮੇਰੇ ਬੇਟੇ ਬਾਹਰ ਕੈਨੇਡਾ ਆ ਜਿੱਦਾਂ ਜੀ। ਹਾਂਜੀ 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 ਹੈਲੋ, ਹਾਂਜੀ ਬੋਲੋ। ਤੇ ਮੈਂ ਵਿਜ਼ਿਟ ਕਰ ਸਕਦਾ ਜੀ ਇਹਦਾ? ਜਿੱਦਾਂ ਮੇਰੇ ਬੇਟੇ ਉੱਥੇ ਨੇ ਅੱਛਾ ਜੀ, ਤੇ ਮੈਂ ਜਿਹੜਾ ਉਹਨਾਂ ਕੋਲ ਇਸ ਟਾਈਮ ਵਿਜ਼ਿਟ ਕਰ ਸਕਦਾ। ਸਰ ਮੈਂ ਹੁਣੇ ਕਹਿ ਕੇ ਹਟਿਆ ਸੀਗਾ ਕਿ ਵਿਜ਼ਿਟ ਤੁਸੀਂ ਡੈਫੀਨੇਟਲੀ ਕਰ ਸਕਦੇ ਹੋ, ਬਟ ਰਾਈਟ ਨਾਓ ਇਹ ਸਹੀ ਟਾਈਮ ਨਹੀਂ ਹੈ ਕਿਉਂਕਿ ਹਜੇ ਫਲਾਈਟਸ ਵੀ ਕੈਨੇਡਾ ਨੇ ਬੰਦ ਕਰਤੀਆਂ, ਔਰ ਜਿੱਥੇ ਤੱਕ ਵਿਜ਼ਟਰ ਵੀਜ਼ਾ ਦੀ ਗੱਲ ਹੈ ਸੋ ਬਾਇਓਮੈਟ੍ਰਿਕ ਇਹ ਸਾਰਾ ਕੁਝ ਹੋਲਡ ਹੋਇਆ ਹੈ ਇਸ ਵੇਲੇ। ਹਾਂ, ਅਗਰ ਤੁਹਾਡਾ ਵੀਜ਼ਾ ਲੱਗਾ ਹੋਇਆ ਤਾਂ ਵੀ ਮੈਂ ਤੁਹਾਨੂੰ ਸਲਾਹ ਨਹੀਂ ਦਊਂਗਾ ਜਦ ਤੱਕ ਸਾਰਾ ਪ੍ਰੋਸੀਜਰ ਨਾਰਮਲ ਨਹੀਂ ਹੁੰਦਾ ਅਪਲਾਈ ਕਰਨ ਦਾ ਜਾਂ ਟਰੈਵਲ ਕਰਨ ਦਾ। ਠੀਕ ਹੈ, ਅੱਛਾ ਜੀ। ਇਹ ਨਿਬੜ ਜਾਂਦਾ ਬਾਅਦ ਵਿੱਚ ਕਰ ਸਕਦਾ ਜੀ ਮੈਂ? ਬਿਲਕੁਲ ਜੀ, ਬਿਲਕੁਲ ਕਰ ਸਕਦੇ ਹੋ। ਅਸੀਂ ਤੁਹਾਨੂੰ ਆਪ ਕੰਟੈਕਟ ਕਰਕੇ ਤੁਹਾਨੂੰ ਬੁਲਾਵਾਂਗੇ, ਤੁਸੀਂ ਬਿਲਕੁਲ ਕਰ ਸਕਦੇ ਹੋ ਵੀਜ਼ਾ। ਠੀਕ ਹੈ, 2 ਬੇਟੇ ਹੈ ਜੀ ਬਾਹਰ, ਮੇਰੇ ਕੈਨੇਡਾ 4 ਸਾਲ ਹੋ ਗਏ। ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਗੱਲ ਹੈ ਜੀ, ਜਰੂਰ। ਪੱਕੇ ਹੋ ਗਏ ਜੀ? ਪੱਕੇ ਹੋ ਗਏ? ਹਾਂਜੀ ਜੀ, ਪੱਕੇ ਨੇ, ਪੀਆਰ ਲੱਗੀ ਆ ਜੀ। ਵੈਰੀ ਗੁੱਡ, ਵਿਆਹ ਹੋ ਗਿਆ? ਹਾਂਜੀ ਹਾਂਜੀ, ਵਿਆਹ ਹੋਇਆ ਮੁੰਡੇ ਦਾ ਜੀ। ਚਲੋ ਠੀਕ ਹੈ ਜੀ, ਫਿਰ ਤਾਂ ਵਧੀਆ ਗੱਲ ਆ। ਵਧੀਆ ਗੱਲ। ਹਾਂਜੀ ਚਲੋ ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
ਓਕੇ ਥੈਂਕ ਯੂ ਸਰ ਠੀਕ ਹਾਂ, ਗੱਲ ਚੱਲਦੀ ਸੀ ਸਪਾਊਸ ਕੇਸ ਹਾਂਜੀ। ਦੀ ਨਾ। ਸਪਾਊਸ ਕੇਸ ਤੇ ਬਲਪ੍ਰੀਤ ਜੀ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਇਦਾਂ ਹੁੰਦੇ ਕਿ ਜਦੋਂ ਵਾਈਫ ਬੰਦੇ ਦੀ ਜਾਂ ਜਿਹੜਾ ਉਹਦਾ ਸਪਾਊਸ ਆ ਉਹ ਲੜਕਾ। ਬਾਹਰ ਚਲਾ ਗਿਆ, ਲੜਕੀ ਇੱਥੇ ਬੈਠੀ ਆ ਹਨਾ, ਉਸ ਕੇਸ ਦੇ ਵਿੱਚ ਕਿਸ ਤਰੀਕੇ ਦੇ ਪ੍ਰੂਫ ਜਿਹੜੇ ਆ ਉਹ ਇੱਕ ਦੂਜੇ ਨਾਲ ਇਕੱਠੇ ਹੋਣੇ ਚਾਹੀਦੇ ਆ ਜਦੋਂ ਵੀਜ਼ਾ ਅਪਲਾਈ ਕਰਨਾ, ਤਾਂ ਕਿ ਉਹਨਾਂ ਨੂੰ ਆਪਾਂ ਦਿਖਾ ਸਕੀਏ। ਹੁਣ ਗੱਲ ਕਰਦੇ ਆ ਕਿ ਪਹਿਲਾਂ ਕੋਈ ਟਾਈਮ ਹੁੰਦਾ ਸੀ ਕਿ ਆਪਾਂ ਮੋਬਾਈਲ ਦੇ ਉੱਤੋਂ ਕਾਲ ਕਰਦੇ ਸੀ ਤੇ ਮੋਬਾਈਲ ਦੇ ਉੱਤੋਂ ਕਾਲ ਕਰਕੇ ਆਪਾਂ ਬਿੱਲ ਨਾਲ ਲਾ ਦਿੰਦੇ ਹੁੰਦੇ ਸੀ ਕਿ ਯਾਰ ਨਾਲ ਟਿਕ ਕਰ ਦਿੰਦੇ, ਆਹ ਦੇਖੋ ਜੀ 001 ਫਲਾਨਾ ਤੋਂ ਕਰਨਾ, ਆ ਮੇਰਾ ਉਹਨਾਂ ਦਾ ਨੰਬਰ ਆ ਜੀ, ਹਨਾ, ਇਹ ਕਰ ਲੈਂਦੇ ਸੀ। ਅੱਜ ਦੀ ਤਰੀਕ ਦੇ ਉੱਤੇ ਇੰਨੀ ਮਹਿੰਗੀ ਕਾਲ ਕੋਈ ਕਰਦਾ ਨਹੀਂ, ਕੋਈ WhatsApp ਕਾਲ ਕਰਦਾ ਜਾਂ ਕੋਈ ਉਦਾਂ ਕਾਲ ਕਰ ਲੈਂਦਾ। ਇਸ ਕਰਕੇ ਕਾਲ ਦੇ ਪ੍ਰੂਫ ਇਕੱਠੇ ਹੋਣੇ ਬੜੇ ਮੁਸ਼ਕਲ ਹੋ ਜਾਂਦੇ। ਵੀਜ਼ਾ ਅਫਸਰ ਨੂੰ ਵੀ ਪਤਾ ਹੋਏਗਾ ਬਿਲਕੁਲ। ਕਿਸ ਤਰੀਕੇ ਦੇ ਪ੍ਰੂਫ ਆ ਜਿਹੜੇ ਇੱਥੇ ਕੋਈ ਵੀ ਸਪਾਊਸ ਕੇਸ ਦੇ ਉੱਤੇ ਜਾਣਾ ਚਾਹੁੰਦਾ ਆ ਤਾਂ ਉਹ ਕਿੱਦਾਂ ਦੇ ਪ੍ਰੂਫ ਆਪਣੇ ਕੋਲ ਪਹਿਲਾਂ ਹੀ ਇਕੱਠੇ ਕਰਕੇ ਰੱਖੇ ਤਾਂ ਕਿ ਜੋ ਤੁਹਾਡੇ ਕੋਲ ਆ ਗਏ ਤੁਸੀਂ ਪੇਪਰ ਮੰਗੋ, ਅਗਲਾ ਚੱਕ ਕੇ ਮੂਹਰੇ ਰੱਖ ਦੇਵੇ। ਸਰ ਸਾਡੇ ਕੋਲ ਐਜ਼ ਅ ਕੰਸਲਟੈਂਟ ਮੈਂ ਤੁਹਾਨੂੰ ਗੱਲ ਕਹਿਣਾ ਚਾਹੂੰਗਾ ਕਿ ਸਾਡੇ ਕੋਲ ਦੋ ਤਰ੍ਹਾਂ ਦੀਆਂ ਕੇਸਿਸ ਆਉਂਦੇ ਆ, ਜਿਹਦੇ ਵਿੱਚ ਵਿਆਹ ਹੋਣਾ ਹੁੰਦਾ ਹੈ ਵੀਜ਼ੇ ਤੋਂ ਬਾਅਦ ਜਾਂ ਵਿਆਹ ਕਰਵਾ ਕੇ ਕੇਸ ਆਉਂਦੇ ਸਾਡੇ ਕੋਲ। ਜਿਸ ਟਾਈਪ ਦਾ ਕੇਸ ਹੈ ਉਸ ਟਾਈਪ ਦੀ ਹੀ ਸਜੈਸ਼ਨਸ ਅਸੀਂ ਕਲਾਇੰਟਸ ਨੂੰ ਦਿੰਨੇ ਆ। ਸਭ ਤੋਂ ਵੱਡਾ ਮੇਨ ਪੁਆਇੰਟ ਆਉਂਦਾ ਹੈ, ਅਗਰ ਵਿਆਹ ਕਰਾ ਕੇ ਕੋਈ ਕੰਸਲਟੈਂਟ ਕੋਲ ਆ ਰਿਹਾ ਹੈ ਮੀਆਂ ਬੀਬੀ, ਸੋ ਉਹਨਾਂ ਦੀ ਫਾਈਲ ਦੋਨਾਂ ਦੀ ਇਕੱਠੀ ਸ਼ੁਰੂ ਕਰਦੇ ਆ, ਜਿਹਦੇ ਵਿੱਚ ਸਪਾਊਸ ਜੋ ਹੈ ਯਾਨੀ ਕਿ ਜੋ ਆਦਮੀ ਹੈ, ਲੜਕੀ ਅਗਰ ਪੜਨ ਜਾ ਰਹੀ ਹੈ ਤਾਂ ਉਹਦਾ ਤਾਂ ਸਟੂਡੈਂਟ ਵੀਜ਼ਾ ਪ੍ਰੋਸੈਸ ਸ਼ੁਰੂ ਹੋ ਗਿਆ ਹੈ। ਲੇਕਿਨ ਅਸੀਂ ਕੀ ਕਰਦੇ ਆ ਕਿ ਜਿਹੜਾ ਉਹਦਾ ਹਸਬੈਂਡ ਹੈ ਉਹਦੀ ਫਾਈਲ ਉਸ ਦਿਨ ਤੋਂ ਹੀ ਨਾਲ ਦੇ ਨਾਲ ਸ਼ੁਰੂ ਕਰ ਦਿੰਨੇ ਆ, ਕਿਉਂਕਿ ਐਜ਼ ਬੀਇੰਗ ਅ ਹਸਬੈਂਡ ਐਂਡ ਵਾਈਫ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਜੋ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀਆਂ ਔਰ ਪਹਿਲੇ ਦਿਨ ਤੋਂ ਹੀ ਉਹ ਪ੍ਰੂਫ ਜ਼ਰੂਰੀ ਹੁੰਦੀ ਹੈ। ਬੜਾ ਇੱਕ ਛੋਟਾ ਜਿਹਾ ਐਗਜ਼ਾਮਪਲ ਦਊਂਗਾ। ਅਗਰ ਤੁਸੀਂ ਅੱਜ ਦੀ ਡੇਟ ਦੇ ਵਿੱਚ ਮੀਆਂ ਬੀਵੀ ਹੋ, ਸਪੋਜ਼ ਮੈਂ ਆਪਣੀ ਐਗਜ਼ਾਮਪਲ ਲੈਣਾ, ਮੈਂ ਸਭ ਤੋਂ ਪਹਿਲੀ ਪ੍ਰਾਇੋਰਟੀ ਆਪਣੀ ਵਾਈਫ ਦੇ ਲਈ ਮੈਂ ਸਭ ਤੋਂ ਪਹਿਲਾਂ ਇੱਕ ਇੰਸ਼ੋਰੈਂਸ ਲਵਾਂਗਾ, ਜਿਹੜਾ ਸਭ ਤੋਂ ਵੱਡਾ ਪ੍ਰੂਫ ਹੈ ਕਿ ਮੈਂ ਆਪਣੀ ਵਾਈਫ ਦੀ ਇੰਸ਼ੋਰੈਂਸ ਕਰਾਈ ਹੈ, ਜਿਹਦੇ ਵਿੱਚ ਮੈਂ ਆਪਣੀ ਇੰਸ਼ੋਰੈਂਸ ਕਰਾਈ ਹੈ, ਉਹਦੇ ਵਿੱਚ ਨੋਮਿਨੀ ਆਪਣੀ ਵਾਈਫ ਨੂੰ ਬਣਾਇਆ, ਔਰ ਇੱਕ ਵਾਈਫ ਦੀ ਇੰਸ਼ੋਰੈਂਸ ਕਰਾਈ ਜਿਹਦੇ ਵਿੱਚ ਨੋਮਿਨੀ ਮੈਂ ਆ। ਸਭ ਤੋਂ ਪਹਿਲਾ ਇੰਪੋਰਟੈਂਟ ਪ੍ਰੂਫ ਜੋ ਕਿ ਮੈਂਸ਼ਨ ਕਰਦਾ ਕਿ ਯੂ ਆਰ ਇਨ ਰਿਲੇਸ਼ਨ, ਤੁਹਾਡਾ ਮੈਰਿਜ ਹੋਈ ਹੈ, ਤੁਸੀਂ ਰਿਲੇਸ਼ਨ ਦੇ ਵਿੱਚ ਹੋ। ਨੋ ਡਾਊਟ ਕਈ ਲੋਕੀ ਫੇਕ ਵੀ ਬਣਾਉਂਦੇ ਆ, ਬਟ ਫੇਕ ਕਹਿੰਦੇ ਨਾ ਝੂਠ ਜ਼ਿਆਦਾ ਦੇਰ ਨਹੀਂ ਚੱਲਦਾ, ਉਹ ਅੱਜ ਨਹੀਂ ਕੱਲ ਫੜ ਜਾਂਦਾ। ਤੇ ਲੇਕਿਨ ਉਹੀ ਗੱਲ ਹੈ ਕਿ ਅਗਰ ਤੁਸੀਂ ਇਸ ਟਾਈਪ ਦੇ ਛੋਟੇ ਛੋਟੇ ਡਾਕੂਮੈਂਟੇਸ਼ਨਸ ਪਹਿਲਾਂ ਤੋਂ ਹੀ ਤਿਆਰ ਕਰਨੇ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਈਜ਼ੀ ਹੋ ਜਾਏਗਾ ਜਦ ਤੁਹਾਡੇ ਸਪਾਊਸ ਦੀ ਫਾਈਲ ਲੱਗੀ। ਸੋ ਇੰਸ਼ੋਰੈਂਸ ਹੋ ਗਏ, ਤੁਹਾਡੇ ਲਿਵਿੰਗ ਰਿਲੇਸ਼ਨ ਜਿਵੇਂ ਕੋਈ ਮੈਡੀਕਲ ਹੋ ਗਿਆ, ਇਸ ਟਾਈਪ ਦੇ ਪ੍ਰੂਫ ਹੋ ਗਏ, ਔਰ ਕਾਮਨ ਜੁਆਇੰਟ ਬੈਂਕ ਅਕਾਊਂਟ ਜਿਹਦੇ ਵਿੱਚ ਡੇਲੀ ਬੇਸਿਸ ਤੇ ਟ੍ਰਾਂਜੈਕਸ਼ਨਸ ਹੋ ਰਹੀਆਂ। ਸੋ ਹੋਰ ਕਈ ਸਾਰੇ ਐਸੇ ਪ੍ਰੂਫ ਹੈ ਜੋ ਮੈਂ ਇਸ ਵੇਲੇ ਆਨਲਾਈਨ ਤਾਂ ਮੈਂਸ਼ਨ ਨਹੀਂ ਕਰ ਸਕਦਾ ਲਾਈਵ ਤੇ, ਬਟ ਜੋ ਕਿ ਤੁਹਾਡੇ ਰਿਲੇਸ਼ਨ ਨੂੰ ਐਗਜ਼ੈਕਟਲੀ ਦਿਖਾਉਂਦੇ ਹੋਣ ਕਿ ਹਾਂਜੀ ਇਹਨਾਂ ਦੋਨਾਂ ਦਾ ਰਿਲੇਸ਼ਨ ਹੈਗਾ, ਉਹ ਸਾਰੇ ਪ੍ਰੂਫ ਜ਼ਰੂਰੀ ਹੁੰਦੇ ਆ। अगर आफ्टर मैरिज मतलब स्पाउस जो है, लड़की जो है ਉਹਦਾ ਵੀਜ਼ਾ ਆ ਗਿਆ और ਜਾਣ ਤੋਂ ਪਹਿਲਾਂ ਉਹ ਵਿਆਹ ਕਰਾ ਰਹੀ ਹੈ, ਸੋ ਮੈਂ ਫਿਰ ਕਹਿਣਾ ਚਾਹੂੰਗਾ ਕਿ ਕੋਈ ਵੀ ਤਰੀਕਾ ਹੋਵੇ, ਚਾਹੇ ਪਹਿਲਾਂ ਚਾਹੇ ਬਾਅਦ ਦੇ ਵਿੱਚ 60 ਡੇਜ਼ ਦਾ ਮਿਨੀਮਮ ਰਿਲੇਸ਼ਨ ਹੋਣਾ ਬਹੁਤ ਜ਼ਰੂਰੀ ਹੁੰਦਾ ਇੱਕ ਮੀਆਂ ਬੀਬੀ ਦੇ ਵਿੱਚ। ਐਮਬੈਸੀ ਦੇ ਪੁਆਇੰਟ ਆਫ View ਦੇ ਨਾਲ ਮੈਂ ਹੱਦ ਤੋਂ ਹੱਦ 45 ਡੇਜ਼ ਫਿਰ ਵੀ ਕਹਿ ਕੇ ਚੱਲਦਾ ਕਿ 45 ਦਿਨ ਤਾਂ ਇਕੱਠੇ ਰਹੇ ਹੋ, लेकिन कुछ कंसल्टेंट कुछ एजेंट्स गलत गाइड कर देंगे है, कोई ना जी बस ब्याह कराया, चौथे दिन फ्लाइट करा के कुड़ी दी भेजती। वीजा ऑफिसर एक सिंगल क्वेश्चन तो ही फसा दिंदा है, क्या तुसी जानते हो इस अपनी वाइफ बारे, 3 दिन दे विच तुहाडा की रिलेशन है, की जानते हो अपनी वाइफ दे बारे, उत्थे आके क्वेश्चन सारा फस जाता है। सो जब तुसी इकट्ठे नहीं रहे, तुहाडा कोई रिलेशन नहीं है, तुसी एक दूजे नूं जानदे नहीं हो, तो तू उत्थे कैनेडा जाके की करेगा वो सानू पता है या उस क्लाइंट ਨੂੰ ਪਤਾ ਹੈ, ਲੇਕਿਨ ਅਸੀਂ ਵੀਜ਼ਾ ਆਫੀਸਰ ਨੂੰ ਸੈਟੀਸਫਾਈ ਕਰਨਾ, ਸੋ ਵੀਜ਼ਾ ਆਫੀਸਰ ਨੂੰ ਸੈਟੀਸਫਾਈ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸੋ ਇਸ ਕਰਕੇ ਪਹਿਲਾਂ ਤੋਂ ਹੀ ਪ੍ਰੂਫ ਐਸੇ ਤਿਆਰ ਕਰਕੇ ਰੱਖੀਏ ਜੋ ਕਿ ਸਟੈਪ ਬਾय ਸਟੈਪ ਦਰਸਾਉਂਦੇ ਹੋਣ ਕਿ ਯੂ ਆਰ ਇਨ ਰਿਲੇਸ਼ਨ, ਤੁਹਾਡੇ ਵਾਈਫ ਹੈ, ਤੁਹਾਡੇ ਸ਼ੁਰੂ ਤੋਂ ਸਾਰਾ ਕੁਝ ਚੱਲ ਰਿਹਾ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਦਾਂ ਦੇ ਕੇਸ ਆ ਜਾਂਦੇ, ਜੇ ਕਿਤੇ ਇੱਕ ਦੋ ਫੇਕ ਕੇਸ ਫੜ ਹੋ ਜਾਣ ਤਾਂ ਜਿਹੜੇ ਆ ਸ਼ਰਤਾਂ ਉਹ ਸਖਤ ਕਰ ਦਿੰਦੇ ਆ। ਬਿਲਕੁਲ ਸਾਰੇ ਲੋਕ ਜਿਹੜੇ ਆ ਸਹੀ ਵੀ ਆ, ਉਹ ਵੀ ਜਿਹੜੇ ਆ ਉਹ ਸ਼ੱਕੀ ਲੱਗਣੇ ਉਹ ਸ਼ੁਰੂ ਹੋ ਜਾਂਦੇ ਆ। ਯਾਨੀ ਤੁਸੀਂ ਕੀ ਸੁਜੈਸਟ ਕਰਦੇ ਹੋ ਜਦੋਂ ਜੇ ਸਟੱਡੀ ਵੀਜ਼ਾ ਤੇ ਜਾਂ ਜਾਣ ਤੋਂ ਪਹਿਲਾਂ ਮੈਰਿਜ ਕਰਵਾ ਕੇ ਜਾਣੀ ਆ, ਕਿੰਨੇ ਮਹੀਨੇ ਪਹਿਲਾਂ ਜਿਹੜੀ ਆ ਮੈਰਿਜ ਹੋ ਜਾਣੀ ਚਾਹੀਦੀ ਆ? ਸਰ ਦੇਖੋ, ਚਾਹੇ ਤੁਸੀਂ ਅਗਲੇ ਮਹੀਨੇ ਜਾਣਾ ਹੈ, ਮੈਂ ਸਿੰਪਲ ਇੱਕ ਗੱਲ ਕਹੂੰਗਾ, ਮੈਨੂੰ 45 ਡੇਜ਼ ਦਾ ਮੇਰੀ ਜੋ ਨੌਲੇਜ ਹੈ, ਮੇਰੀ ਜੋ ਵੇ ਆਫ ਵਰਕਿੰਗ ਹੈ, ਮੈਂ ਹਮੇਸ਼ਾ 45 ਦਿਨ ਦਾ ਲਿਵਿੰਗ ਰਿਲੇਸ਼ਨ ਦਿਖਾਣਾ ਹੁੰਦਾ ਹੈ ਕਿ ਦੋਨੋਂ ਇਕੱਠੇ ਰਹੇ ਹੈ ਵਿਆਹ ਤੋਂ ਬਾਅਦ। ਹੁਣ ਇਹ ਤੁਸੀਂ ਦੇਖੋ ਕਿ ਜਦ ਕਲਾਇੰਟ डिसीजन लेंदा है तो यह चीज दिमाग च रख के चले कि अगर तो दोनों विआह कराने तो बाद केस लगा रहे इमीग्रेशन का, तो इस चीज नूं इस तरीके नाल मैनेज करो, या फिर
ਵੀਜ਼ਾ ਆਉਣ ਤੋਂ ਬਾਅਦ ਅਗਰ ਤੁਸੀਂ ਉਹ ਵਿਆਹ ਕਰਾ ਰਹੇ ਹੋ ਤਾਂ ਵੀ ਆਪਣੀ ਫਲਾਈਟ ਔਰ ਵੀਜ਼ਾ ਦਾ ਪ੍ਰੋਸੈਸ ਦੇ ਵਿੱਚ ਦਾ ਜਿਹੜਾ ਗੈਪ ਹੈ ਉਸ ਚੀਜ਼ ਨੂੰ ਦਿਮਾਗ 'ਚ ਲੈ ਕੇ ਚੱਲੇ। ਉਹਨੂੰ ਜਿਹੜਾ ਨਾਲ ਦੀ ਬਿਲਕੁਲ, ਪਰ ਕੰਸਲਟੈਂਸੀ ਤੋਂ ਬਗੈਰ ਬਿਲਕੁਲ ਸਟੈਪ ਜਿਹੜਾ ਆ ਇੱਕ ਸਟੈਪ ਤੁਹਾਨੂੰ ਬਿਲਕੁਲ ਜੀ, ਬਿਲਕੁਲ ਚਾਹੀਦਾ ਆ ਕਿ ਇਹ ਨਾ ਹੋਵੇ ਕਿ ਤੁਸੀਂ ਚਲੋ ਆਪ ਤਾਂ ਜਾਣਾ ਹੀ ਕੋਈ ਪੰਗਾ ਪਾਉਣਾ ਹੀ ਪਾਉਣਾ, ਜਿਹੜਾ ਸਪੋਜ਼ ਤੁਹਾਡਾ ਹੈਗਾ ਉਹਦੇ ਲਈ ਸਰ ਅਗਰ ਇੱਕ ਛੋਟੀ ਜੀ ਗਲਤੀ ਹੋ ਗਈ, ਅਗਰ ਪ੍ਰਾਇਮਰੀ ਐਪਲੀਕੈਂਟ ਜਿਹੜਾ ਹੈ ਉਹਦਾ ਲਗਾਇਆ ਵੀਜ਼ਾ ਵੀ ਡੈਮੇਜ ਹੋ ਜਾਂਦਾ ਸਮ ਟਾਈਮ ਫੇਕ ਡਾਕੂਮੈਂਟੇਸ਼ਨ ਜਾਂ ਫੇਕ ਤਰੀਕੇ ਨਾਲ ਵਿਆਹ ਕਰਨ ਦੇ ਵਿੱਚ, ਸਪਾਊਸ ਦਾ ਤਾਂ ਗਿਆ ਹੀ ਗਿਆ। ਇੱਕ ਚੀਜ਼ ਮੈਂ ਤੁਹਾਨੂੰ ਮੀਡੀਅਮ ਦਾ ਹੀ ਸਪੈਸ਼ਲੀ ਕਹਿਣਾ ਚਾਹੂੰਗਾ, ਇੱਕ ਸਾਡੇ ਇੱਥੇ ਰਿਵਾਜ ਬਹੁਤ ਹੈ ਜੀ ਕਿ ਕੰਸਲਟੈਂਟ ਨੂੰ ਬਾਅਦ ਚ ਮਿਲਾਂਗੇ, ਪਹਿਲਾਂ ਗਲੀ ਮੁਹੱਲੇ ਚੋਂ ਸਲਾਹ ਲੈ ਕੇ ਕੋਰਟ ਮੈਰਿਜ ਕਰਾ ਕੇ ਫਿਰ ਕੰਸਲਟੈਂਟ ਕੋਲ ਜਾ ਕੇ ਕਹਿੰਦੇ ਜੀ ਅਸੀਂ ਨਾ ਵਿਆਹੇ ਹੋਏ ਆ ਤੇ ਹੁਣ ਸਾਨੂੰ ਗਾਈਡ ਕਰੋ। ਮੈਂ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਕੋਰਟ ਮੈਰਿਜ ਹੀ ਕਰਾ ਲਈ ਤੇ ਹੁਣ ਮੈਂ ਗਾਈਡ ਵੀ ਕੀ ਕਰਾਂਗਾ, ਠੀਕ ਹੈ ਨਾ। ਅਗਰ ਮੈਂ ਆਪਣੀ ਐਗਜ਼ਾਮਪਲ, ਮੈਂ ਇਸ ਕਰਕੇ ਕਿਸੇ ਦੀ ਐਗਜ਼ਾਮਪਲ ਨਹੀਂ ਦਿੰਦਾ, ਮੈਂ ਆਪਣੀ ਮੈਨੂੰ ਤਾਂ ਕੋਰਟ ਮੈਰਿਜ ਕਰਾਏ ਨੂੰ ਹਜੇ 5-4 ਸਾਲ ਹੋਏ ਆ, ਮੈਰਿਜ ਨੂੰ ਤਾਂ ਮੇਰੇ 15 ਸਾਲ ਹੋ ਗਏ, 16 ਸਾਲ, ਲੇਕਿਨ ਕੋਰਟ ਮੈਰਿਜ ਤਾਂ ਮੈਂ 5 ਸਾਲ ਪਹਿਲਾਂ ਕਰਾਈ ਹੈ। ਇਟ ਮੀਨਸ ਕਿ ਪਹਿਲਾਂ ਤੁਸੀਂ ਪ੍ਰੋਪਰ ਤਰੀਕੇ ਨਾਲ ਗੁਰਦੁਆਰੇ 'ਚ ਲਾਵਾਂ ਫੇਰੇ ਜਾਂ ਤੁਹਾਡੇ ਜੋ ਵੀ ਡਾਕੂਮੈਂਟੇਸ਼ਨ ਹੈ ਉਹ ਤਿਆਰ ਕਰਕੇ ਕੋਰਟ ਮੈਰਿਜ ਇੱਕ ਰਜਿਸਟ੍ਰੇਸ਼ਨ ਪਰਪਸ ਹੈ ਜੋ ਐਮਬੈਸੀ ਦੇ ਵਿੱਚ ਦਿਖਾਣਾ ਹੁੰਦਾ ਕਿ ਯੂ ਆਰ ਅ ਸਿਟੀਜ਼ਨ ਆਫ ਦਿਸ ਕੰਟਰੀ ਔਰ ਤੁਸੀਂ ਆਪਣੀ ਮੈਰਿਜ ਨੂੰ ਰਜਿਸਟਰਡ ਕਰਾਇਆ ਹੋਇਆ ਹੈ ਗਵਰਨਮੈਂਟ ਦੇ ਨਜ਼ਰ ਦੇ ਵਿੱਚ। ਸੋ ਇਟਸ ਨਾਟ ਅ ਬਿਗ ਥਿੰਗ, ਇਹ ਬਾਅਦ ਚ ਵੀ ਕਰਵਾ ਸਕਦੇ, ਪਹਿਲਾਂ ਕਰਵਾ ਕੇ ਉਸ ਤੋਂ ਬਾਅਦ ਕਹੋ ਜੀ ਅਸੀਂ ਹੁਣ ਰਿਸੈਪਸ਼ਨ ਕਰਨੀ ਹੈ, ਅਸੀਂ ਵਿਆਹ ਕਰਨਾ ਹੈ, ਉਹ ਸਾਰੇ ਡਾਕੂਮੈਂਟੇਸ਼ਨ ਉਲਟ ਪੁਲਟ ਹੋ ਜਾਂਦੇ। ਔਰ ਐਮਬੈਸੀ ਆਫੀਸਰ ਦੇ ਮਾਈਂਡ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਇਸ ਟਾਈਪ ਦੀ ਫੇਕ ਚੀਜ਼ਾਂ ਹੁੰਦੀਆਂ। ਇੱਕ ਤਾਂ ਆ ਜਾਂਦਾ ਸਪਾਊਸ ਕੀ ਸਟੱਡੀ ਵੀਜ਼ੇ ਤੇ ਜਾਣ ਤੋਂ ਪਹਿਲਾਂ ਮੈਰਿਜ ਹੋ ਕੇ ਜਿਹੜਾ ਆ ਉਹ ਸਪਾਊਸ ਕੇਸ ਬਣਦਾ ਆ। ਇੱਕ ਹੋ ਜਾਂਦਾ ਕਿ ਬੱਚਾ ਉੱਥੇ ਪੜ ਰਿਹਾ ਆ, ਪੜਦੇ ਉਹਦੀ 2-3 ਸਾਲ ਦੀ ਸਟੱਡੀ ਆ, ਪੜਦੇ 1 ਸਾਲ ਬਾਅਦ ਆ ਕੇ ਇੱਥੇ ਮੈਰਿਜ ਕਰਵਾਈ, ਕੀ ਉਸ ਟਾਈਮ ਉਸ ਸਪਾਊਸ ਨੂੰ ਆਪਣੇ ਨਾਲ ਲਿਜਾ ਸਕਦਾ ਹੈ ਜਾਂ ਉਹਨੂੰ ਵੀ ਬਾਅਦ ਵਿੱਚ? ਦੇਖੋ ਔਨ ਦਾ ਸਪੌਟ ਤਾਂ ਨਹੀਂ, ਮੈਂ ਕਹੂੰਗਾ ਕਿ ਔਨ ਦਾ ਸਪੌਟ ਤਾਂ ਬਿਲਕੁਲ ਵੀ ਨਹੀਂ ਕੈਨੇਡਾ ਦੇ ਵਿੱਚ ਲੈ ਜਾ ਸਕਦੇ। ਬਹੁਤ ਰੇਅਰ ਚਾਂਸ ਹੈ ਕਿ ਬਹੁਤ ਸਟਰੋਂਗ ਫਾਈਲ ਹੋਵੇ, ਔਰ ਪਰ ਮੈਂ ਆਪਣੇ ਕੈਰੀਅਰ ਦੇ ਵਿੱਚ ਦੇਖਿਆ ਤਾਂ ਮੈਂ ਹਜੇ ਤੱਕ ਕੋਈ ਸਟਰੋਂਗ ਫਾਈਲ ਨਹੀਂ ਦੇਖੀ, ਕਿਉਂਕਿ ਹਰ ਇੱਕ ਫਾਈਲ ਦੇ ਵਿੱਚ 20-30% ਡੈਫੀਸ਼ੀਐਂਸੀ ਹੁੰਦੀ ਹੈ, ਕੋਈ ਨਾ ਕੋਈ ਮਾਈਨਸ ਪਲੱਸ ਪੁਆਇੰਟ ਰਹਿੰਦਾ ਹੀ ਹੈ। ਸੋ फिर भी उस केस ਦੇ ਵਿੱਚ ਵੀ अगर डॉक्यूमेंटेशन मैक्सिमम पूरे है तो 6 मंथ टाइम लग ही जाता है। मैं इस तो थले तो बिल्कुल भी नहीं कहूंगा आज दी डेट। अगर मैं 2019 का भी सैनैरियो लवां तो 2019 तो लैके हुण तक भी 6 मंथ 7 मंथ्स लग रहे आराम नाल। गल करते हैं कि एक स्टूडेंट आ उन्हें अपने 6 महीने बाद ਸਪਾਊਸ ਨੂੰ ਉੱਥੇ ਬੁਲਾ ਲਿਆ, ਉਹਦੇ ਸਪਾਊਸ ਕੋਲ ਉੱਥੇ ਜਿਹੜਾ ਲੜਕਾ ਜਾ ਰਿਹਾ ਹੈ ਜਾਂ ਲੜਕੀ ਜਾ ਰਹੀ ਹੈ ਉਹਦੇ ਕੋਲ ਉੱਥੇ ਕੀ ਰਾਈਟਸ ਆ ਜਾਂਦੇ ਆ? ਮੀਨਸ ਕਿ ਵਰਕ ਪਰਮਿਟ ਆ, ਕਿ ਉਹ ਸਟੱਡੀ ਕਰ ਸਕਦਾ, ਕੀ ਕੰਮ ਕਰ ਸਕਦਾ, ਜਾਂ ਆਪਣਾ ਬਿਜ਼ਨਸ ਖੋਲ ਸਕਦਾ, ਕਿਸ ਪਾਸੇ ਨੂੰ ਹੋ ਜਾਂਦਾ? ਦੇਖੋ ਜਦ ਇੱਕ ਲੜਕੀ ਪੜ ਰਹੀ ਹੈ ਉੱਥੇ ਔਰ ਸਪੋਜ਼ 1 ਸਾਲ ਦੀ ਪੜ੍ਹਾਈ ਕਰ ਚੁੱਕੀ ਹੈ ਔਰ ਸੈਕੰਡ ਈਅਰ ਦੇ ਵਿੱਚ ਸਪਾਊਸ ਉਹਦੇ ਕੋਲ ਚਲਾ ਗਿਆ ਕੈਨੇਡਾ, ਹੁਣ ਇੱਥੇ ਉਹੀ ਐਜੂਕੇਸ਼ਨ ਵਾਲਾ ਪੁਆਇੰਟ ਆ ਜਾਂਦਾ ਸਮ ਟਾਈਮ ਕਿ ਅਗਰ ਲੜਕੀ स्टडी कर रही है और उन्होंने 20 आवर्स वर्क अलाउड है और स्पाउस जो है और 12th पास है तो समटाइम्स ए वीजा ऑफिसर दी डिस्क्रिशन पॉलिसी है कि उन्होंने सिंपल 20 आवर्स वर्क ही अलाउड हो सकता है। अच्छा। और ये भी हो सकता है कि उन्होंने वर्क अलाउ ही ना होवे। ਇਹ ਪ੍ਰੋਬਲਮ ਜਿਹੜੀ ਹੈ ਇਹ ਪੰਜਾਬੀਆਂ ਦੇ ਮਾਈਂਡ ਦੇ ਵਿੱਚ ਹੈ ਕਿ ਇਹ ਏਜੰਟ ਦੇ ਹੱਥ 'ਚ ਹੁੰਦਾ, ਏਜੰਟ ਦੇ ਹੱਥ 'ਚ ਨਹੀਂ ਹੁੰਦਾ, ਇਹ ਵੀਜ਼ਾ ਆਫੀਸਰ ਦੇ ਹੱਥ 'ਚ ਹੈ ਕਿ ਉਹ ਫਾਈਲ ਦੇ ਸਾਈਨੇਰੀਓ ਨੂੰ ਦੇਖ ਕੇ ਹੀ ਡਿਸਾਈਡ ਕਰਦਾ ਹੈ। ਅਗਰ ਲੜਕੀ ਪੋਸਟ ਗ੍ਰੈਜੂਏਟ ਜਾਂ ਮਾਸਟਰ ਕਰ ਰਹੀ ਹੈ ਕੈਨੇਡਾ ਦੇ ਵਿੱਚ, ਲੜਕਾ ਵੀ ਗ੍ਰੈਜੂਏਟ ਹੈ, ਤਾਂ ਫਿਰ 99% ਚਾਂਸ ਹੁੰਦੇ ਕਿ ਉਹਨੂੰ ਓਪਨ ਵਰਕ ਪਰਮਿਟ ਮਿਲ ਜਾਏ ਜਾਂ ਫੁੱਲ ਟਾਈਮ ਵਰਕ ਪਰਮਿਟ ਮਿਲ ਜਾਏ। ਸੋ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ, ਯੂਕੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਔਰ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਜਿਹੜੀਆਂ ਆ ਬਰੀਕੀ ਗੱਲਾਂ ਜਿਹੜੀਆਂ ਨੇ, ਕਾਫੀ ਤੁਹਾਨੂੰ ਨੌਲੇਜ ਦੀਆਂ ਗੱਲਾਂ ਜਿਹੜੇ ਨੇ ਬਲਪ੍ਰੀਤ ਜੀ ਇਸ ਸ਼ੋਅ ਦੇ ਵਿੱਚ ਚੱਲੀਏ ਪ੍ਰਦੇਸ਼ ਦੇ ਵਿੱਚ ਕਰ ਰਹੇ ਨੇ, ਲੇਕਿਨ ਕਈ ਬਰੀਕੀ ਗੱਲਾਂ ਹੁੰਦੀਆਂ ਕਿ ਜਿਹੜੀਆਂ ਇਦਾਂ ਸ਼ੋਅ ਦੇ ਵਿੱਚ ਬੈਠ ਕੇ ਟੀਵੀ ਦੇ ਉੱਤੇ ਔਨ 에ਅਰ ਜਿਹੜੇ ਆ ਉਹ ਇਹ ਨਹੀਂ ਕਰ ਸਕਦੇ। ਇਸ ਕਰਕੇ ਜੇ ਤੁਹਾਡਾ ਕੋਈ ਕੇਸ ਲੱਗਣਾ ਆ ਜਾਂ ਲੱਗਾ ਆ ਜਾਂ ਕੋਈ ਅੜਚਣ ਆ ਤਾਂ ਤੁਸੀਂ ਇਹਨਾਂ ਨੂੰ ਇਹਨਾਂ ਦੇ ਆਫਿਸ ਅਪਾਇੰਟਮੈਂਟ ਇਹਨਾਂ ਨਾਲ ਬੁੱਕ ਕਰ ਲਓ। ਨੰਬਰ ਇਹਨਾਂ ਦਾ ਹੈਗਾ, ਅੱਜ ਮੈਂ ਤੁਹਾਨੂੰ ਦੱਸ ਦੇਣਾ, 9809009700। ਉਹਨਾਂ ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਨਾਲ ਅਪਾਇੰਟਮੈਂਟ ਬੁੱਕ ਕਰ ਲਈਓ। ਬੁੱਕ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉੱਥੇ ਬੈਠ ਕੇ ਇਕੱਲਿਆਂ ਨੂੰ ਤੁਹਾਨੂੰ ਇਹ ਦੱਸਣਗੇ, ਤੁਸੀਂ ਫੇਰ ਦੇਖੋਗੇ ਕਿ ਬਈ ਕੇਸ ਜਿਹੜਾ ਜੇ ਤੁਸੀਂ ਲਗਾ ਚੁੱਕੇ ਹੋ ਤਾਂ ਵੀ ਇੱਕ ਵਾਰੀ ਜਾਓ, ਕੋਈ ਗੱਲ ਨਹੀਂ, ਉਹਦਾ ਤੁਹਾਨੂੰ ਜਿਹੜੀਆਂ ਇਹ ਗੱਲਾਂ ਦੱਸਾਂਗੇ ਤੁਹਾਨੂੰ ਪਤਾ ਲੱਗੇਗਾ ਕਿ ਕੀ ਫਰਕ ਹੁੰਦਾ ਇੱਕ ਜਿਹੜਾ ਆ ਐਜੂਕੇਟਡ ਏਜੰਟ ਆ ਤੇ ਇੱਕ ਜਿਹੜਾ ਇੱਕ ਨਾਰਮਲ ਆਪਾਂ ਕਹਿ ਲੈਂਦੇ, ਜਿੱਦਾਂ ਕਹਿੰਦੇ ਕਿ ਗਲੀ ਮਹੱਲੇ ਦੇ ਵਿੱਚੋਂ ਪਹਿਲਾਂ ਸਲਾਹ ਲੈ ਲੈਂਦੇ, ਜਿੱਦਾਂ ਡਾਕਟਰਾਂ ਜੀ ਕਹਿੰਦੇ ਝੋਲਾ ਛਾਪ ਡਾਕਟਰ ਤੇ ਮਿਲਣਾ, ਤੁਹਾਡੀ ਲੈਂਗੁਏਜ ਵਿੱਚ ਵੀ ਐਗਜ਼ੈਕਟਲੀ ਇਸ ਤਰ੍ਹਾਂ ਹੀ ਹੈ ਕਿ ਬਈ ਜਿਹੜਾ ਤੁਰੇ ਫਿਰਦੇ ਏਜੰਟ ਤੋਂ ਕਿਸੇ ਤੋਂ ਸਲਾਹ ਲੈ ਕੇ ਗਿਆ ਤੇ ਮੇਰਾ ਤਾਇਆ ਗਿਆ ਸੀ, ਫੁੱਫੜ ਗਿਆ ਸੀ, ਮਾਮਾ ਗਿਆ ਸੀ ਇੰਨੇ ਸਾਲ ਪਹਿਲਾਂ ਜੀ, ਨਾ ਉੱਤੋਂ ਜਾ ਕੇ ਬੰਦਾ ਲੈ ਲੈਂਦਾ ਆ। ਤੇ ਸਪਾਊਸ ਦੀ ਹੀ ਅਗਰ ਆਪਾਂ ਗੱਲ ਕਰਦੇ ਆ
ਜੇ ਉੱਥੇ ਜਾ ਕੇ ਸਪੋਜ਼ ਕਰੋ ਕਿ ਆਪਾਂ ਲੜਕੇ ਦੀ ਹੀ ਗੱਲ ਕਰਦੇ ਆ, ਲੜਕੀ ਉੱਥੇ ਪੜ੍ਹਨ ਦੇ ਲਈ ਗਈ ਹੋਈ ਆ, ਉਸ ਤੋਂ ਬਾਅਦ ਸਪੋਜ਼ ਉਹਦਾ ਉੱਥੇ ਚਲਾ ਗਿਆ, ਕਿਸੇ ਇਸ਼ੂ ਕਰਕੇ ਲੜਕੀ ਦੀ ਸਟੱਡੀ ਦੇ ਉੱਤੇ ਕੋਈ ਪ੍ਰੋਬਲਮ ਆ ਗਈ, ਕੀ ਲੜਕਾ ਅੱਗੇ ਆਪਣੀ ਸਟੱਡੀ ਸ਼ੁਰੂ ਕਰਕੇ ਲੜਕੀ ਨੂੰ ਆਪਣਾ ਜਿਹੜਾ ਬਣਾ ਸਕਦਾ ਹੈ? ਬਿਲਕੁਲ ਬਿਲकुल ਜੋ ਕੋਈ ਵੀ ਕੰਟਰੀ ਹੈ ਉਹ ਕਦੇ ਵੀ ਐਜੂਕੇਸ਼ਨ ਪੁਆਇੰਟ ਆਫ ਵਿਊ ਨਾਲ ਮਨਾ ਨਹੀਂ ਕਰਦਾ। ਤਾਂ ਯੂ ਕੈਨ ਚੇਂਜ ਯੂਰ ਵਰਕ ਪਰਮਿਟ ਔਰ ਓਪਨ ਵਰਕ ਪਰਮਿਟ ਜੋ ਵੀਜ਼ਾ ਹੈ ਤੁਹਾਡੇ ਕੋਲ ਜਾਂ ਸਪਾਊਸ ਡਿਪੈਂਡੈਂਟ ਵੀ ਤੁਸੀਂ ਆਪਣੀ ਐਜੂਕੇਸ਼ਨ ਉੱਤੇ ਹਾਇਰ ਐਜੂਕੇਸ਼ਨ ਲਈ ਵੀ ਜੁਆਇਨ ਕਰ ਸਕਦੇ ਹੋ। ਆਪਣਾ ਜੋ ਵੀਜ਼ਾ ਹੈ ਉਹ ਸਟੂਡੈਂਟ ਵੀਜ਼ਾ 'ਚ ਕਨਵਰਟ ਕਰ ਸਕਦੇ ਹੋ। ਸਪੋਜ਼ ਤੁਸੀਂ ਜ਼ਿਆਦਾ ਅੱਛਾ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਤੁਸੀਂ ਆਪਣੀ ਵਾਈਫ ਨੂੰ ਵੀ ਪੱਕਾ ਕਰਵਾ ਸਕਦੇ ਹੋ, ਵਾਈਸ ਵਰਸਾ ਚੱਲ ਸਕਦਾ ਹੈ। ਸੋ ਸਟੂਡੈਂਟ ਐਜੂਕੇਸ਼ਨ ਨੂੰ ਕੋਈ ਕੰਟਰੀ ਮਨਾ ਨਹੀਂ ਕਰਦੇ, ਮੋਸਟ ਵੈਲਕਮ। 80 ਇਅਰਸ ਦੇ ਹੋ ਤੁਸੀਂ ਤਾਂ ਵੀ ਐਜੂਕੇਸ਼ਨ ਲੈਣ ਲਈ ਜਾ ਸਕਦੇ ਹੋ ਫੋਰਨ ਦੇ ਵਿੱਚ। ਉਦੋਂ ਵੀ ਤੁਸੀਂ ਹਾਂਜੀ ਬਿਲਕੁਲ ਜੀ। ਇੱਕ ਹੋਰ ਅਹਿਮ ਜਿਹੜਾ ਪੁਆਇੰਟ ਆ, ਦੇਖੋ ਗੱਲਾਂ ਦੇ ਵਿੱਚ ਪੁਆਇੰਟ ਨਿਕਲਦੇ ਨੇ ਹਨਾ, ਅਸੀਂ ਵੀ ਰੋਜ਼ ਇਹ ਚੀਜ਼ਾਂ ਨੂੰ ਮਿਲਦੇ ਆ, ਦੇਖਦੇ ਆ। ਜਿਹੜਾ ਕੋਰਸ ਆ, ਸਪੋਜ਼ ਕਰ ਲਓ ਕਿ PR ਨਹੀਂ ਲੱਗ ਰਹੀ, ਬੰਦਾ ਕਹਿੰਦਾ ਕਿ ਅੱਗੇ ਆਪਾਂ ਸਟੱਡੀ ਜਿਹੜੀ ਆ ਉਹਨੂੰ ਕੰਟੀਨਿਊ ਕਰਨਾ, ਬਿਲਕੁਲ ਉਹ ਜਿਹੜਾ ਕੋਰਸ ਸਿਲੈਕਟ ਕਰਨਾ ਆ, ਉਹਨੇ ਚੂਜ਼ ਕਰਨਾ ਆ, ਉਸ ਤੋਂ ਅੱਗੇ ਜਿਹੜਾ ਕਰਨਾ ਆ ਉਹ ਕੀ ਸੋਚ ਕੇ ਕਰਨਾ ਚਾਹੀਦਾ? ਕਈ ਵਾਰੀ ਇਦਾਂ ਹੁੰਦਾ ਕਿ ਪਹਿਲਾਂ ਆਪਾਂ DSP ਲੱਗੇ ਆ, ਇੱਕਦਮ SHO ਵਾਲੀ ਪੜ੍ਹਾਈ ਕਰਨ ਲੱਗ ਪਏ, ਅਗਲਾ ਕਹਿੰਦਾ ਯਾਰ ਤੂੰ ਪਹਿਲਾਂ ਅਫਸਰ ਸੀ, ਹੁਣ ਉਤੋਂ ਥੱਲੇ ਤੋਂ ਰਹਿ ਕੇ ਗੁੱਦਾ ਜੋ SP ਵੱਲ ਨੂੰ ਜਾਏਗਾ ਹਨਾ। ਇਹਦੇ ਵਿੱਚ ਕੀ ਆਇਆ, ਕਿਉਂਕਿ ਮੈਂ ਇਦਾਂ ਦੇ ਕਈ ਕੇਸ ਦੇਖੇ ਨੇ ਕਿ ਜਿਹੜਾ ਆ ਉਹਨਾਂ ਨੇ ਕੋਰਸ ਜਿਹੜਾ ਅਗਲਾ ਸਿਲੈਕਟ ਕੀਤਾ ਉਹ ਪਿਛਲਾ ਕਰ ਲਿਆ, ਤੇ ਜਦੋਂ PR ਦੀ ਵਾਰੀ ਆਈ ਤਾਂ ਉਹ ਕਹਿੰਦੇ ਨਹੀਂ ਤੇਰਾ ਕੰਮ ਫੇਕ ਆ। ਸਰ ਇਹ ਸਾਡੇ ਨਾ ਸਟੂਡੈਂਟਸ ਨੂੰ ਪਤਾ ਨਹੀਂ ਕਿੱਥੋਂ ਇਹ ਮਿਸਗਾਈਡੈਂਸ ਬਹੁਤ ਸਾਰੀ ਮਿਲੀ ਸੀਗੀ, ਔਰ ਹਜੇ ਵੀ ਬਹੁਤ ਸਾਰੀ ਪ੍ਰੋਬਲਮਸ ਕੈਨੇਡਾ ਦੇ ਵਿੱਚ ਆ ਰਹੀਆਂ। ਕਈ ਸਟੂਡੈਂਟਸ ਡਿਗਰੀ ਕੋਰਸ ਦੇ ਵਿੱਚ ਜਾਂਦੇ ਆ, ਜੋ ਕਿ ਸਭ ਤੋਂ ਬੈਸਟ ਚੀਜ਼ ਹੈ ਅੱਜ ਦੀ ਡੇਟ ਦੇ ਵਿੱਚ। ਅਗਰ ਕੈਨੇਡਾ ਜਾ ਕੇ ਸਟੱਡੀ ਕਰਨੀ ਹੈ ਤਾਂ ਡਿਗਰੀ ਕੋਰਸ ਜ਼ਰੂਰ ਕਰੋ, ਯਾਨੀ 3 ਇਅਰਸ ਡਿਗਰੀ ਪ੍ਰੋਗਰਾਮ ਜਾਂ 4 ਈਅਰ ਡਿਗਰੀ ਪ੍ਰੋਗਰਾਮ। ਲੇਕਿਨ ਕਈ ਬੱਚੇ ਉੱਥੇ ਇੱਕ ਦੂਜੇ ਨੂੰ ਸਲਾਹ ਦਿੰਦੇ ਕਿ ਯਾਰ ਤੂੰ ਆ ਗਿਆ, ਫਸ ਗਿਆ ਹੈ, ਤੂੰ ਕਿੱਥੇ ਮੁਸ਼ਕਿਲ ਹੈ, ਤੇ ਤੂੰ ਕਮਾ ਨਹੀਂ ਹੋਣਾ, ਫੀਸ ਨਹੀਂ ਕੱਢ ਹੋਣੀ। ਉਹਨਾਂ ਦੀ ਸਲਾਹ ਦੇ ਨਾਲ ਜਿਹੜੇ ਬਾਕੀ ਬੱਚੇ ਪੜਨ ਆਏ ਸੀਗੇ, ਉਹਨਾਂ ਨੇ ਆਪਣੀ ਪੜ੍ਹਾਈ ਛੱਡ ਕੇ ਕਾਲਜ ਬਦਲ ਕੇ ਡਿਪਲੋਮਾ ਤੇ ਆ ਗਏ ਵਾਪਸ। ਸੋ ਡਿਪਲੋਮਾ, ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੇ ਆ, ਤੁਸੀਂ ਔਰ ਮੈਂ ਅਸੀਂ PR ਲੈਣ ਚਲੇ ਗਏ, ਠੀਕ ਹੈ ਜੀ। ਵੀਜ਼ਾ ਆਫੀਸਰ ਹੈ, ਉਹ ਦੇਖ ਰਿਹਾ ਇੱਕ ਨੇ ਗ੍ਰੈਜੂਏਸ਼ਨ ਕੀਤੀ, ਇੱਕ ਨੇ ਡਿਪਲੋਮਾ ਕੀਤਾ ਹੈ। ਤੁਸੀਂ ਆਪ ਦੱਸੋ ਵੀ ਕਿਹਨੂੰ ਪੁਆਇੰਟ ਜ਼ਿਆਦਾ ਮਿਲਣਗੇ? ਡੈਫੀਨਿਟਲੀ ਗ੍ਰੈਜੂਏਸ਼ਨ ਵਾਲੇ ਨੂੰ ਮਿਲਣਗੇ। ਸੋ ਅਗਰ ਤੁਸੀਂ ਇੰਨੇ ਪੈਸੇ ਖਰਚ ਕਰਕੇ ਉੱਥੇ ਗਏ ਹੋ ਤਾਂ ਮੈਂ ਤੁਹਾਨੂੰ ਸੁਜੈਸ਼ਨ ਦਊਂਗਾ ਵੀ ਪਲੀਜ਼ ਡਿਗਰੀ ਨੂੰ ਹੀ ਪ੍ਰੈਫਰੈਂਸ ਦਿਓ। ਲੇਕਿਨ ਡਿਗਰੀ ਛੱਡ ਕੇ ਜਦ ਤੁਸੀਂ ਡਿਪਲੋਮੇ ਤੋਂ ਅੰਦਰ ਕਿਤੇ ਨਾ ਕਿਤੇ ਤਾਂ ਉਹ ਨੈਗੇਟਿਵ ਪੁਆਇੰਟ ਰਹੇਗਾ ਹੀ ਰਹੇਗਾ। ਔਰ ਸਮ ਟਾਈਮਸ ਡਿਗਰੀ ਕਰਨ ਤੋਂ ਬਾਅਦ ਵੀ ਅਗਰ ਤੁਹਾਡੇ PR ਦੇ ਪੁਆਇੰਟਸ ਨਹੀਂ ਬਣਦੇ ਤਾਂ ਉਹ ਐਜੂਕੇਸ਼ਨ ਕਰਕੇ ਨਹੀਂ ਬਣਦੇ PR ਦੇ ਪੁਆਇੰਟਸ। ਸਭ ਤੋਂ ਵੱਡੀ ਮਿਸ ਗਾਈਡੈਂਸ ਇੱਥੇ ਕੀ ਹੈ ਕਿ ਵਰਕ ਪਰਮਿਟ ਦਾ ਮਤਲਬ ਪੰਜਾਬੀਆਂ ਨੂੰ ਇਹ ਲੱਗਦਾ ਕਿ ਅਸੀਂ ਵਰਕ ਪਰਮਿਟ ਜੇ ਸਾਨੂੰ ਪੜ੍ਹਾਈ ਤੋਂ ਮਿਲੇਗਾ, ਅਸੀਂ ਪੀਜ਼ਾ ਵੰਡਾਂਗੇ, ਟੈਕਸੀ ਚਲਾਵਾਂਗੇ, ਛੋਟੇ-ਮੋਟੇ ਕੰਮ ਕਰਾਂਗੇ, ਬਸ ਅਸੀਂ ਨੋਟ ਕਮਾਣੇ ਆ। ਜਦਕਿ ਵਰਕ ਪਰਮਿਟ ਜਿਹੜਾ ਹੈ, ਜਿਹਨੂੰ ਕਹਿੰਦੇ PSWP ਜਾਂ PGW, ਪੋਸਟ ਗ੍ਰੈਡ ਵਰਕ ਪਰਮਿਟ ਜਾਂ ਪੋਸਟ ਸਟੱਡੀ ਵਰਕ ਪਰਮਿਟ, ਇਹ ਜਿਹੜੀ ਆਪਸ਼ਨ ਕੈਨੇਡੀਅਨ ਗਵਰਨਮੈਂਟ ਜਾਂ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਦਿੱਤੀ ਗਈ ਹੈ ਸਟੂਡੈਂਟ ਨੂੰ, ਇਸ ਕਰਕੇ ਦਿੱਤੀ ਗਈ ਹੈ ਕਿ ਜਿਹੜੀ ਐਜੂਕੇਸ਼ਨ ਤੁਸੀਂ ਉੱਥੇ ਕਰਨ ਆਏ ਹੋ ਉਸ ਤੋਂ ਰਿਲੇਟਡ ਤੁਸੀਂ ਆਪਣਾ ਇੰਟਰਨੈਸ਼ਨਲ ਐਕਸਪੀਰੀਅੰਸ ਲੈ ਸਕੋ ਵਰਕ ਦਾ। ਅਗਰ ਤੁਸੀਂ ਆਪਣੀ ਪੜ੍ਹਾਈ ਤੋਂ ਰਿਲੇਟਡ ਉਸ ਵਰਕ ਪਰਮਿਟ ਦੇ ਡਿਊਰੇਸ਼ਨ ਦੇ ਵਿੱਚ ਜੌਬ ਕਰਕੇ ਜਾਂ ਜੌਬ ਸਰਚ ਕਰਕੇ ਦਿਖਾਓ, then you can make your points for PR। ਲੇਕਿਨ 90% ਕੋਈ ਬੱਚਾ ਇਹ ਕੰਮ ਨਹੀਂ ਕਰਦਾ। ਜਿਵੇਂ ਹੀ ਵਰਕ ਪਰਮਿਟ ਮਿਲੇ, ਪੜ੍ਹਾਈ ਹੋ ਗਈ ਹੈ ਜੀ, ਸਰਟੀਫਿਕੇਟ ਆ ਗਿਆ, ਦਬਾ ਕੇ ਪੈਸੇ ਕਮਾ ਲਓ। ਐਂਡ ਆਫ ਦਾ ਡੇ ਅਸੀਂ ਕਿਸੇ ਵਕੀਲ ਨੂੰ ਹਾਇਰ ਕਰਕੇ 10, 15, 20 ਹਜ਼ਾਰ ਡਾਲਰ ਖਰਚ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਘੜਕੀ ਫਸਾ ਹੀ ਲਵਾਂਗੇ। ਸੋ ਮੇਰੀ ਰਾਏ ਤੁਹਾਡੇ ਮੀਡੀਅਮ ਜ਼ਰੀਏ ਇਹੀ ਹੈ ਕਿ ਉਹਨਾਂ ਪੇਰੈਂਟਸ ਨੂੰ ਪਲੀਜ਼ ਆਪਣੇ ਬੱਚਿਆਂ ਨੂੰ ਗਾਈਡ ਕਰੋ ਜਿਨ੍ਹਾਂ ਦੇ ਬੱਚੇ ਉੱਥੇ ਪੜ੍ਹ ਰਹੇ ਹੈ ਕਿ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਵਰਕ ਪਰਮਿਟ ਦੇ ਵਿੱਚ ਪਲੀਜ਼ ਆਪਣੀ ਪੜ੍ਹਾਈ ਤੋਂ ਰਿਲੇਟਡ ਜੌਬ ਸਰਚ ਕਰੋ, ਔਰ ਜੌਬ ਸਰਚ ਕਰਨ ਤੋਂ ਬਾਅਦ ਜੌਬ ਕਰਕੇ ਦਿਖਾਓ। ਸੇਮ ਕੁਐਸਚਨ ਥੋੜਾ ਜਿਹਾ ਮਿਲਦਾ ਜੁਲਦਾ ਇਹਦੇ ਆ ਕਿ ਜਦੋਂ ਇੱਥੋਂ ਬੱਚੇ ਪੜ੍ਹਾਈ ਖਤਮ ਕਰਦੇ ਆ, ਜਾਂਦੇ ਆ, ਫਾਈਲ ਰੱਖਦੇ ਆ ਮੋਰੇ, ਅਗਲਾ ਕਹਿੰਦਾ ਹਾਂਜੀ ਬੱਚਾ ਤੁਸੀਂ ਕਿਹੜਾ ਕੋਰਸ ਲੈਣਾ ਚਾਹੋਗੇ? ਉਹ ਸਿੱਧਾ ਇੱਕੋ ਹੀ ਕੁਐਸਚਨ ਹੁੰਦਾ, ਸਰ ਤੁਸੀਂ ਜਿਹੜਾ ਮਰਜ਼ੀ ਦੇ ਦਿਓ, ਆਪਾਂ ਤਾਂ ਬਾਹਰ ਜਾਣਾ ਤੇ PR ਲੈਣੀ ਆ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੇ ਕਿਹੜੀ ਪੜ੍ਹਾਈ ਕੀਤੀ ਆ। ਇੱਥੇ ਮੈਡੀਕਲ ਕੀਤਾ, ਉਹਨਾਂ ਨੇ ਆਰਟਸ ਰੱਖੀ, ਕੀ ਰੱਖਿਆ ਹੋਇਆ ਸੀ ਨਾ, ਤੇ ਉਸ ਤੋਂ ਅੱਗੇ ਉਹਨਾਂ ਨੇ ਉੱਥੇ ਕਿਹੜੀ ਸਟੱਡੀ ਜਿਹੜੀ ਆ ਉਹ ਕਰਨ ਜਾ ਰਹੇ ਨੇ, ਤੇ ਕਿਹੜੀ ਸਟੱਡੀ ਦਾ ਉੱਥੇ ਫਿਊਚਰ ਜਿਹੜਾ ਆ ਉਹ ਬ੍ਰਾਈਟ ਆ। ਸਰ ਹਰ ਇੱਕ ਸਟੱਡੀ ਦਾ ਬ੍ਰਾਈਟ ਹੈ। ਪਹਿਲੀ ਗੱਲ ਤਾਂ ਹਰ ਇੱਕ ਸਟੱਡੀ, ਹਰ ਇੱਕ ਕੋਰਸ, ਹਰ ਇੱਕ ਸਬਜੈਕਟ ਬ੍ਰਾਈਟ ਹੈ। ਫਿਊਚਰ ਬੱਚਿਆਂ ਦਾ ਡਿਪੈਂਡ ਕਰਦਾ ਹੈ ਕਿ ਬੱਚਾ ਆਪਣਾ ਸਰਚ ਕਿੰਨਾ ਕਰਕੇ ਜਾ ਰਿਹਾ, ਆਪਣੀ ਨੌਲੇਜ ਨੂੰ ਇਨਹੈਂਸ ਕਿੰਨਾ ਕਰ ਰਿਹਾ ਜਾਣ ਤੋਂ ਪਹਿਲਾਂ। ਅਸੀਂ ਜਦ ਸਾਡੇ ਕੋਲ ਕੋਈ ਕਲਾਇੰਟ ਆਂਦਾ ਹੈ, ਉਹ ਬਿਲਕੁਲ ਸੇਮ ਇਹੀ ਕੁਐਸਚਨ ਕਰਦਾ ਹੈ ਕਿ ਵੀ ਮੈਨੂੰ ਕੀ ਲੈਣਾ ਚਾਹੀਦਾ ਹੈ। ਮੈਂ ਖੁਦ ਬੱਚਿਆਂ ਨੂੰ ਦੱਸਦਾ, ਸਪੋਜ਼ +2 ਦੇ ਵਿੱਚ ਕਿਸੇ ਬੱਚੇ ਨੇ ਨਾਨ ਮੈਡੀਕਲ ਲਿੱਤਾ। ਨਾਨ ਮੈਡੀਕਲ ਦੇ ਵਿੱਚ 3 ਮੇਜਰ ਸਬਜੈਕਟ ਹੁੰਦੇ, ਫਿਜ਼ਿਕਸ, ਕੈਮਿਸਟਰੀ, ਮੈਥਸ।
ਸੋ ਨਾਨ ਮੈਡੀਕਲ ਵਾਲੇ ਕੋਲ 3 ਮੇਜਰ ਸਬਜੈਕਟਸ ਹੈ, ਜੋ ਵੀਜ਼ਾ ਆਫਿਸਰ ਨੇ ਵੀ 3 ਮੇਜਰ ਸਬਜੈਕਟਸ ਤੇ ਹੀ ਧਿਆਨ ਦੇ ਕੇ ਉਹਨੇ ਬੱਚੇ ਦੇ ਕੋਰਸ ਸਿਲੈਕਸ਼ਨ ਦੇਖਣੀ ਹੈ। ਸੋ ਨਾਨ ਮੈਡੀਕਲ ਵਾਲਾ ਬੱਚਾ ਫਿਜ਼ਿਕਸ ਕੈਮਿਸਟਰੀ ਮੈਥਸ ਤੋਂ ਰਿਲੇਟਡ ਜਿੰਨੇ ਵੀ ਇੰਜੀਨੀਅਰਿੰਗ ਕੋਰसेज ਹੈ, ਸਿਵਲ ਹੈ, ਆਰਕੀਟੈਕਚਰ ਹੈ, ਸਾਰੇ ਕੋਰसेज ਲੈ ਸਕਦਾ ਹੈ। ਸਪੈਸ਼ਲੀ ਸਭ ਤੋਂ ਉੱਪਰ ਹੈ ਜਿਹੜਾ ਆਈਟੀ ਔਰ ਕੰਪਿਊਟਰਸ ਤੋਂ ਰਿਲੇਟਡ। ਇਸੇ ਤਰ੍ਹਾਂ ਮੈਡੀਕਲ ਵਾਲੇ ਬੱਚੇ ਕੋਲ 3 ਮੇਜਰ ਸਬਜੈਕਟਸ ਹੁੰਦੀ ਹੈ, ਬਾਇਓਲੋਜੀ ਹੁੰਦੀ ਹੈ, ਫਿਜ਼ਿਕਸ ਔਰ ਕੈਮਿਸਟਰੀ ਹੁੰਦੀ ਹੈ। ਮੈਡੀਕਲ ਵਾਲੇ ਬੱਚਿਆਂ ਨੂੰ ਬਾਇਓਲੋਜੀ ਦੇ ਅਕੋਰਡਿੰਗਲੀ ਬਹੁਤ ਸਾਰੇ ਕੋਰਸ ਅਵੇਲੇਬਲ ਹੈ ਮੈਡੀਕਲ ਲਾਈਨ ਦੇ ਵਿੱਚ, ਬਟ ਕੈਨੇਡਾ ਦੇ ਵਿੱਚ ਇੱਕ ਮਾਈਨਸ ਪੁਆਇੰਟ ਹੈ ਕਿ ਜਿੰਨੇ ਵੀ ਕੈਨੇਡਾ ਦੇ ਵਿੱਚ ਕਾਲਜਸ ਹਨ, ਜਦੋਂ ਮੈਡੀਕਲ ਕੋਰਸ ਨੂੰ ਕੋਈ ਵੀ ਐਡਮਿਸ਼ਨ ਦਿੰਦੇ ਆ ਤਾਂ ਸਭ ਤੋਂ ਪਹਿਲੀ ਰਿਕੁਆਇਰਮੈਂਟ ਉਹਨਾਂ ਦੀ ਮੈਥਸ ਹੁੰਦੀ ਹੈ। ਸੋ ਅਗਰ ਆਪਾਂ ਪ੍ਰੈਕਟੀਕਲ ਨਰਸਿੰਗ, ਫਾਰਮੇਸੀ ਟੈਕਨੀਸ਼ੀਅਨ ਇਸ ਟਾਈਪ ਦੇ ਕੋਰਸ ਲੈਣਾ ਚਾਹੁੰਦੇ ਤਾਂ ਮੈਥਸ ਦੀ ਰਿਕੁਆਇਰਮੈਂਟ ਜ਼ਰੂਰ ਹੋਏਗੀ, ਬਟ ਅਨਫੋਰਚੂਨੇਟਲੀ ਸਾਡੇ ਇੰਡੀਆ ਦੇ ਵਿੱਚ +2 ਦੇ ਵਿੱਚ ਅਗਰ ਬੱਚਾ ਮੈਡੀਕਲ ਲੈ ਰਿਹਾ ਤਾਂ ਉਹਦੀ ਮੈਥਸ ਨਹੀਂ ਹੁੰਦੀ। ਅਗਰ ਬੱਚੇ ਨੇ ਆਪਸ਼ਨਲ ਲਿੱਤਾ ਹੈ ਫਿਰ ਉਹਦੇ ਕੋਲ ਬਹੁਤ ਅੱਛੇ ਚਾਂਸ ਹੈ। ਤਾਂ ਇਸ ਤਰੀਕੇ ਨਾਲ ਅਸੀਂ ਬੱਚੇ ਨੂੰ ਗਾਈਡ ਕਰਦੇ ਹਾਂ ਆਪਣੇ ਆਫਿਸ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਸਬਜੈਕਟਸ ਤੁਸੀਂ ਲੈ ਸਕਦੇ ਹੋ, ਕੀ ਤੁਹਾਡਾ ਫਿਊਚਰ ਹੈ। ਔਰ ਅਗਰ ਬੱਚਾ ਸਰਚ ਕਰਕੇ ਆਏ ਪਹਿਲਾਂ ਤੋਂ ਹੀ ਇੰਟਰਨੈਟ ਤੇ ਉਹ ਆ ਕੇ ਸਾਡੇ ਨਾਲ ਪ੍ਰੋਪਰ ਡਿਸਕਸ਼ਨ ਕਰ ਸਕਦਾ ਕਿ ਕੀ ਮੇਰੇ ਲਈ ਬੈਟਰ ਰਹੇਗਾ। ਇੱਕ ਹੋਰ ਅਹਿਮ ਸਵਾਲ ਆ ਕਿ ਪਿਛਲੇ ਕੁਝ ਸਮੇਂ ਤੋਂ ਦੇਖਿਆ ਹੈ ਕਿ ਕੈਨੇਡਾ ਦੇ ਜਿਹੜਾ ਆ ਰਿਫਿਊਜ਼ਲ ਰੇਟ ਆ ਥੋੜਾ ਵਧਿਆ ਹੋਇਆ ਹੈ। ਹਾਂਜੀ ਬਿਲਕੁਲ। ਤੇ ਕੀ ਕਾਰਨ ਆ ਕਿ ਬੱਚਿਆਂ ਦੀ ਨੌਲੇਜ ਵਿੱਚ ਕਮੀ ਆ, ਜਾਂ ਡਾਕੂਮੈਂਟ ਗਲਤ ਲੱਗਦੇ ਨੇ, ਜਾਂ ਇਹ ਕਹ ਲਓ ਕਿ ਅਨਐਜੂਕੇਟਡ ਏਜੰਟ ਜਿਹੜੇ ਨੇ ਉਹਨਾਂ ਦੇ ਕਰਕੇ? ਸਰ ਮੈਂ ਦੇਖੋ, ਮੇਰੀ ਜੋ ਗੱਲ ਕਰਨ ਦਾ ਤਰੀਕਾ, ਮੈਂ ਕਦੇ ਵੀ ਇੱਕ ਸਾਈਡ ਤੇ ਗੱਲ ਨਹੀਂ ਕਰਦਾ। 50% ਇੱਥੇ ਕੰਸਲਟੈਂਟ ਵੀ ਗਲਤ ਹੈ, ਏਜੰਟ ਗਲਤ ਹੈ, 50% ਬੱਚੇ ਵੀ ਗਲਤ ਹੈ। ਕਿਉਂਕਿ 50% ਜਿਹੜੇ ਬੱਚੇ ਗਲਤ ਹੈ ਜਾਂ ਪੂਰਾ ਬਲਾਈਂਡਲੀ ਫੇਥ ਕਰ ਲੈਂਦੇ ਏਜੰਟਸ ਤੇ, ਔਰ ਜਿਹੜੇ 50% ਏਜੰਟ ਗਲਤ ਹੈ ਉਹਨਾਂ ਦਾ ਇੱਕੋ ਹੀ ਮਾਈਨਸ ਪੁਆਇੰਟ ਹੈ ਕਿ ਨਾ ਤਾਂ ਉਹ ਐਜੂਕੇਟਡ ਹੈ, ਨਾ ਉਹਨਾਂ ਦਾ ਇਮੀਗ੍ਰੇਸ਼ਨ ਤੋਂ ਰਿਲੇਟਡ ਹੈ ਕੁਝ ਕੀਤਾ ਹੋਇਆ, ਨਾ ਉਹਨਾਂ ਨੇ ਕੋਈ ਐਗਜ਼ਾਮ ਦਿੱਤਾ, ਨਾ ਕੋਈ ਕੋਰਸ ਕੀਤਾ ਜਿਹਦੇ ਨਾਲ ਉਹਨਾਂ ਦੀ ਨੌਲੇਜ ਇਨਹੈਂਸ ਹੁੰਦੀ। ਸਭ ਤੋਂ ਵੱਡੀ ਪ੍ਰੋਬਲਮ ਇੱਥੇ ਆਂਦੀ ਰਿਫਿਊਜ਼ਲ ਦੇ ਵਿੱਚ। ਪਹਿਲਾ ਸਟੈਪ ਕੈਨੇਡੀਅਨ ਐਮਬੈਸੀ ਜੋ ਹੈ, ਕੈਨੇਡੀਅਨ ਹਾਈ ਕਮਿਸ਼ਨ ਹੈ, ਉਹ ਸਭ ਤੋਂ ਪਹਿਲਾ ਰਿਫਿਊਜ਼ਲ ਤੁਹਾਡੇ ਸਬਜੈਕਟਸ ਦੀ ਚੋਇਸ ਆਫ ਸਬਜੈਕਟ ਤੁਹਾਡੀ ਬੈਕਗ੍ਰਾਉਂਡ ਦੇ ਨਾਲ ਮੈਚ ਕਰਦਾ ਹੈ ਕਿ ਨਹੀਂ ਕਰਦਾ, ਉਹਦੇ ਉੱਪਰ ਜ਼ਿਆਦਾ ਚਾਂਸ ਹੁੰਦੇ ਹੈ ਵੀਜ਼ਾ ਰਿਫਿਊਜ਼ਲ ਦੇ। ਔਰ ਸਭ ਤੋਂ ਕਾਮਨ ਰਿਫਿਊਜ਼ਲ ਐਜ਼ ਵੀ ਨੋ ਡੈਟ ਕਿ ਕੈਨੇਡਾ ਦੇ ਵਿੱਚ 216 ਸੈਕਸ਼ਨ ਦੇ ਅੰਦਰ ਹੀ ਮਿਲਦੀ ਹੈ। ਔਰ ਅਗਰ ਤੁਸੀਂ ਉਸ ਰਿਫਿਊਜ਼ਲ ਦਾ ਗੂਗਲ ਸਰਚ ਕਰਕੇ ਦੇਖੋਗੇ ਤਾਂ ਉਹਨਾਂ ਨੇ ਲਿਖਿਆ ਹੋਣਾ ਕਿ ਤੁਹਾਡਾ ਸਬਜੈਕਟ ਨਹੀਂ ਮੈਚ ਕਰਦਾ, ਤੁਹਾਡੀ ਐਜੂਕੇਸ਼ਨ ਮੈਚ ਨਹੀਂ ਕਰਦੀ, ਤੁਹਾਡਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਅੱਛਾ ਨਹੀਂ ਹੈ, ਸਾਨੂੰ ਸ਼ੱਕ ਹੈ ਤੁਸੀਂ ਕੈਨੇਡਾ ਤੋਂ ਵਾਪਸ ਨਹੀਂ ਆਓਗੇ। ਯਾਨੀ ਕੋਈ ਐਸਾ ਕਾਰਨ ਨਹੀਂ ਛੱਡਦੇ ਕਿ ਜਿਹਦੇ ਵਿੱਚ ਬੱਚਾ ਕੋਈ ਅਪੀਲ ਵੀ ਕਰ ਸਕੇ। ਸਭ ਨੂੰ ਸੌਖਾ ਜਿਹਾ ਤਾਂ ਉਹਨਾਂ ਦਾ ਹੁੰਦਾ ਜੀ ਕਿ ਬਈ ਸਾਨੂੰ ਯਕੀਨ ਨਹੀਂ ਕਿ ਉਹਦੇ ਵਾਪਸ ਆਉਂਗੇ। ਸੋ ਇਸ ਪੁਆਇੰਟ ਤੇ ਆ ਕੇ ਤੁਸੀਂ ਜਦ ਰੀਲੌਂਚ ਕਰਦੇ ਆ ਫਾਈਲ ਨੂੰ ਤਾਂ ਸਾਡੇ ਲਈ ਐਜ਼ ਅ ਕੰਸਲਟੈਂਟ ਬਹੁਤ ਡਿਫਿਕਲਟ ਹੁੰਦਾ ਕਿ ਅਸੀਂ ਵੀਜ਼ਾ ਆਫਿਸਰ ਨੂੰ ਕਿਸ ਜਗ੍ਹਾ ਤੋਂ ਸੈਟੀਸਫਾਈ ਕਰੀਏ। ਤਾਂ ਅਸੀਂ ਕੀ ਕਰਦੇ ਕਿ ਦੁਬਾਰਾ ਤੋਂ ਫਾਈਲ ਨੂੰ ਸਟਾਰਟਿੰਗ ਤੋਂ ਦੇਖਦੇ ਆ ਕਿ ਚੋਇਸ ਆਫ ਸਬਜੈਕਟ, ਸਪੋਜ਼ ਬੱਚੇ ਨੇ ਕਾਮਰਸ ਕੀਤੀ ਹੈ ਤਾਂ ਕਾਮਰਸ ਤੋਂ ਰਿਲੇਟਡ ਹੀ ਉਹਦੀ ਐਜੂਕੇਸ਼ਨ ਫਰਦਰ ਹੋਵੇ, ਠੀਕ ਹੈ। ਉਸ ਤੋਂ ਬਾਅਦ ਆ ਜਾਂਦੇ ਉਹਦੇ ਪਰਸੈਂਟੇਜ, +2 ਦੀ, ਆਇਲਸ ਦੇ ਬੈਂਡ, ਔਰ ਕੋਈ ਪਿਛਲਾ ਰਿਫਿਊਜ਼ਲ ਤਾਂ ਨਹੀਂ ਹੈਗਾ ਜੋ ਬੱਚਾ ਸਾਡੇ ਤੋਂ ਛੁਪਾ ਰਿਹਾ। ਇਹ ਵੀ ਬਹੁਤ ਕੁਝ ਹੁੰਦਾ ਸਾਡੇ ਨਾਲ ਕਿ ਮਾਂ-ਬਾਪ ਤੱਕ ਕਹਿ ਕੇ ਜਾਂ ਨਾ ਜੀ 100% ਜੀ ਕੋਈ ਵੀਜ਼ਾ ਰਿਫਿਊਜ਼ ਨਹੀਂ, ਅਸੀਂ ਕਦੇ ਅਪਲਾਈ ਹੀ ਨਹੀਂ ਕੀਤਾ। ਉਹ ਬਾਅਦ ਚ ਪਤਾ ਲੱਗਦਾ ਜਦ 26 ਪੇਜਾਂ ਦੀ ਲੈਟਰ ਲਿਖ ਕੇ ਆ ਜਾਂਦੀ ਵੀਜ਼ਾ ਆਫਿਸਰ ਵੇਲੇ ਕਿ ਤੂੰ 5 ਸਾਲ ਪਹਿਲਾਂ ਆਹ ਕੀਤਾ ਸੀ, 5 ਸਾਲ ਪਹਿਲਾਂ ਆਹ ਕੀਤਾ ਸੀ। ਸੋ ਉੱਥੇ ਵੀ ਬੜੀਆਂ ਪ੍ਰੋਬਲਮਸ ਆਉਂਦੀਆਂ। ਲੇਕਿਨ ਇੱਕ ਚੀਜ਼ ਮੈਂ ਕਹਿਣਾ ਚਾਹੂੰਗਾ ਅੱਜ ਦੀ ਡੇਟ ਦੇ ਵਿੱਚ, ਪਲੀਜ਼ ਪੇਰੈਂਟਸ ਇਹ ਗੱਲ ਜਿਨ੍ਹਾਂ ਨੇ ਆਪਣੇ ਬੱਚੇ ਆਉਣ ਵਾਲੇ ਟਾਈਮ ਦੇ ਵਿੱਚ ਅਪਲਾਈ ਕਰਾਣੇ ਕੈਨੇਡਾ ਨੂੰ, ਆਪਣੀ ਪ੍ਰੋਫਾਈਲ ਪੇਰੈਂਟਸ ਵੀ ਤਿਆਰ ਕਰਨੀ ਸ਼ੁਰੂ ਕਰਨ। ਹਜੇ ਵੀ ਇੰਡੀਆ ਦੇ ਵਿੱਚ ਕਈ ਸਾਰੀ ਫੈਮਲੀਜ਼ ਐਸੀਆਂ ਜਦ ਮੇਰੇ ਕੋਲ ਆਉਂਦੀਆਂ ਮੈਂ ਹੈਰਾਨ ਹੋ ਜਾਂਦਾ ਕਿ ਮੈਕਸਿਮਮ ਫੈਮਲੀਜ਼ ਨੂੰ ਇਹ ਨਹੀਂ ਪਤਾ ਕਿ ਪੈਨ ਕਾਰਡ ਅਗਰ ਉਹਨਾਂ ਦਾ ਬਣਿਆ ਹੈ ਤਾਂ ਉਸ ਤੋਂ ਬਾਅਦ ਇਨਕਮ ਟੈਕਸ ਰਿਟਰਨ ਵੀ ਭਰਨੀ ਹੁੰਦੀ ਹੈ। ਸੋ ਕੈਨੇਡਾ ਦੇ ਵਿੱਚ ਅੱਜ ਦੀ ਡੇਟ 'ਚ ਅਸੀਂ ਹਰ ਇੱਕ ਫਾਈਲ ਦੇ ਵਿੱਚ ਬੱਚੇ ਦੀ ਪ੍ਰੋਫਾਈਲ ਦੇ ਨਾਲ ਨਾਲ ਪੇਰੈਂਟਸ ਦੀ ਵੀ ਪ੍ਰੋਫਾਈਲ ਲਗਾਉਂਦੇ ਆ ਤਾਂ ਕਿ ਵੀਜ਼ਾ ਆਫਿਸਰ ਨੂੰ ਸੈਟੀਸਫੈਕਸ਼ਨ ਹੋ ਸਕੇ ਕਿ ਹਾਂ ਇਸ ਬੱਚੇ ਦੇ ਜਿਹੜੇ ਪੇਰੈਂਟਸ ਹੈ ਉਹਦੀ ਪ੍ਰੋਪਰ ਸਪੋਰਟ ਆ, ਉਹਨਾਂ ਦੇ ਫਾਈਨੈਂਸ਼ੀਅਲਸ ਤੋਂ ਹੀ ਪਤਾ ਲੱਗਦਾ, ਉਹਨਾਂ ਦੇ ਇਨਕਮ ਟੈਕਸ ਰਿਟਰਨਸ ਤੋਂ ਹੀ ਪਤਾ ਲੱਗਦਾ। ਅਸੀਂ ਫालतू ਪੇਪਰ ਨਹੀਂ ਲਗਾਉਂਦੇ ਸਟੂਡੈਂਟ ਵੀਜ਼ਾ ਦੇ ਵਿੱਚ ਕਿ ਬੈਂਕ ਸਟੇਟਮੈਂਟ ਲਗਾ ਦਈਏ, ਲੇਕਿਨ ਹਾਂ ਐਟਲੀਸਟ ਇਨਕਮ ਟੈਕਸ ਰਿਟਰਨ ਜ਼ਰੂਰ ਲਗਾਓ ਜੋ ਸ਼ੋ ਕਰਦਾ ਹੈ ਕਿ ਹਾਂਜੀ ਵੈਲ ਸੈਟਲਡ ਹੈ ਔਰ ਇਹਨਾਂ ਦੀ ਅੱਛਾ ਇਨਕਮ ਸੋਰਸ ਹੈਗਾ। ਸੋ ਇਹ ਕੁਝ ਕਾਰਨ ਹੈ ਜੋ ਆਪਾਂ ਰਿਫਿਊਜ਼ਲਸ ਤੋਂ ਬਚਾ ਸਕਦੇ ਹਾਂ। ਬਲਪ੍ਰੀਤ ਸਿੰਘ ਉਹਨਾਂ ਨੇ ਬਹੁਤ ਅੱਛੀ ਜਾਣਕਾਰੀ ਸਾਨੂੰ ਦਿੱਤੀ ਹੈ ਸਾਰੀ, ਤੇ ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਫੇਰ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਪਰਸਨਲ ਮਿਲ ਕੇ ਇਹਨਾਂ ਨੂੰ ਕੁਝ ਵੀ ਤੁਸੀਂ ਇਹਨਾਂ ਨਾਲ ਆਪਣੀ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਕੁਝ ਸੁਜੈਸ਼ਨਸ ਇਹਨਾਂ ਤੋਂ ਹੋਰ ਲੈਣੀਆਂ ਚਾਹੁੰਦੇ ਹੋ ਤਾਂ ਹਰਗੋਬਿੰਦ ਨਗਰ ਚਪਾਟੀ ਕਿੱਥੇ ਆਪਾਂ ਗੋਲਗੱਪੇ ਵਗੈਰਾ ਖਾਣ ਜਾਈਦੇ ਆ, ਉਹਦੇ ਪਿਛਲੇ ਪਾਸੇ ਹੀ ਏਅਰਟੈਲ ਆਫਿਸ ਆ, ਉਹਦੇ ਉੱਪਰ ਫਸਟ ਫਲੋਰ ਦੇ ਉੱਤੇ IATE ਬਹੁਤ ਵੱਡਾ ਬੋਰਡ ਲੱਗਾ ਹੋਇਆ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੂੰ ਤੁਸੀਂ ਕਾਲ ਕਰਕੇ ਵੀ ਮਿਲ ਸਕਦੇ ਹੋ। ਨੰਬਰ ਹੈ ਇਹਨਾਂ ਦਾ 9809009700
ਤੇ ਇਹਨਾਂ ਦੇ ਐਡ ਵੀ ਚੱਲਦੀ ਹੁੰਦੀ ਸਾਡੇ ਚੈਨਲ ਦੇ ਉੱਤੇ, ਉੱਥੋਂ ਤੁਸੀਂ ਇਹਨਾਂ ਦਾ ਨੰਬਰ ਜਿਹੜਾ ਆ ਤੁਸੀਂ ਲੈ ਸਕਦੇ ਹੋ। ਤੇ ਸਮਾਂ ਸਾਨੂੰ ਜ਼ਿਆਦਾ ਬਲਬੀਰ ਜੀ ਇਜਾਜ਼ਤ ਨਹੀਂ ਦੇ ਰਿਹਾ। ਲਾਸਟ ਦੇ ਵਿੱਚ ਸ਼ਾਰਟ ਦੇ ਵਿੱਚ ਕੁਝ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਜਾਂ ਸਟੂਡੈਂਟਸ ਨੇ ਜਾਂ ਹੋਰ ਬਾਹਰ ਜਾਣ ਉਹਨਾਂ ਨੂੰ ਮੈਸੇਜ। ਦੇਖੋ ਜੀ, ਮੈਂ ਇਹੀ ਕਹਾਂਗਾ ਦੁਬਾਰਾ ਤੋਂ ਕਿ ਪਲੀਜ਼ ਪੈਨਿਕ ਨਾ ਹੋ, ਤੁਸੀਂ ਆ ਕੇ ਸਾਡੇ ਤੋਂ ਸੁਜੈਸ਼ਨਸ ਲਓ। ਅਸੀਂ ਤੁਹਾਨੂੰ ਬੈਸਟ ਟੂ ਬੈਸਟ ਗਾਈਡੈਂਸ ਦਵਾਂਗੇ, ਕੈਰੀਅਰ ਗਾਈਡੈਂਸ ਦਵਾਂਗੇ, ਕਾਉਂਸਲਿੰਗ ਦਵਾਂਗੇ ਤੁਹਾਨੂੰ, ਤਾਂ ਕਿ ਤੁਸੀਂ ਆਪਣਾ ਆਉਣ ਵਾਲਾ ਫਿਊਚਰ ਅੱਛਾ ਬਣਾ ਸਕੋ। ਔਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਸਪੈਸ਼ਲੀ ਇਸ ਮੀਡੀਅਮ ਰਾਹੀਂ ਕਿ ਪਲੀਜ਼ ਕੋਵਿਡ-19 ਦੇ ਟਾਈਮ ਤੇ ਆਪਣੇ ਪਰਿਵਾਰ ਦਾ, ਆਪਣੇ ਆਪ ਨੂੰ ਸਾਰੇ ਸੇਫ ਰੱਖੋ। ਬਹੁਤ ਜ਼ਿਆਦਾ ਡਿਫਿਕਲਟ ਇਸ ਵੇਲੇ ਟਾਈਮ ਆ ਰਿਹਾ ਹੈ ਔਰ ਪਲੀਜ਼ ਆਪਣੇ ਆਪ ਨੂੰ ਬਚਾ ਕੇ ਰੱਖੋ ਇਸ ਬਿਮਾਰੀ ਤੋਂ। ਔਰ ਆਪਣੀ ਪੜ੍ਹਾਈ ਨਾਲ ਕਰਦੇ ਰਹੋ, ਆਨਲਾਈਨ ਐਜੂਕੇਸ਼ਨ ਕਰਦੇ ਰਹੋ ਔਰ ਘਬਰਾਓ ਨਾ ਬਿਲਕੁਲ ਵੀ। ਥੈਂਕ ਯੂ। ਧੰਨਵਾਦ ਜੀ ਬਲਪ੍ਰੀਤ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਵਿੱਚ ਆਉਣ ਤੇ ਅੱਗੇ ਤੋਂ ਵੀ ਤੁਹਾਡੀ ਜਾਣਕਾਰੀ ਦੇ ਲਈ ਅਸੀਂ ਬਲਪ੍ਰੀਤ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਆ ਉਹ ਟਾਈਮ ਟੂ ਟਾਈਮ ਲੈਂਦੇ ਰਵਾਂਗੇ ਤੇ ਤੁਸੀਂ ਸਾਡੇ ਨਾਲ ਬਣੇ ਰਿਹਾ ਕਰੋ, ਕਾਲ ਸਾਨੂੰ ਕਰਦੇ ਰਿਹਾ ਕਰੋ। ਇਕੱਲੇ ਜਿੰਨੀਆਂ ਸਾਨੂੰ ਦੱਸੀਆਂ ਨੇ, ਸਲਾਹ ਇਹਨਾਂ ਨੇ ਦਿੱਤੀ ਆ, ਠੀਕ ਆ ਕਿ ਤੁਸੀਂ ਸੁਣ ਲੈਂਦੇ ਹੋ ਤੇ ਅਸਰ ਵੀ ਕਰ ਲੈਂਦੇ ਹੋ, ਲੇਕਿਨ ਜੇ ਕਾਲ ਕਰਦੇ ਹੋ ਤਾਂ ਸਾਡਾ ਹੌਸਲਾ ਅਫਜ਼ਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਹੋ ਜਾਂਦੀ ਆ। ਤੇ ਇਸ ਕਰਕੇ ਫੋਨ ਚੱਕਿਆ ਕਰੋ, ਸਾਨੂੰ ਨੰਬਰ ਮਿਲਾ ਕੇ ਸਾਡੇ ਨਾਲ ਗੱਲ ਕਰਿਆ ਕਰੋ, ਸਾਡਾ ਵੀ ਦਿਲ ਲੱਗਾ ਰਹਿੰਦਾ ਆ। ਤੇ ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ।